ਸਾਰੇ ਹੀ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਅੱਜ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਦੇ ਰਾਹੀਂ ਮੈਂ ਇੱਕ ਸਾਇੰਸ ਦੀ ਸੀਰੀਜ਼ ਈਟੀਟੀ ਵਾਲੇ ਵਿਦਿਆਰਥੀਆਂ ਦੇ ਸੈਕਿੰਡ ਪੇਪਰ ਲਈ ਲੈ ਕੇ ਆ ਰਿਹਾ ਹਾਂ, ਜਿਸ ਦੇ ਵਿੱਚ ਸਾਇੰਸ ਅਤੇ ਮੈਥ ਦੋਵਾਂ ਜਿਹੜੇ ਸਬਜੈਕਟਾਂ ਦਾ ਸਿਲੇਬਸ ਹੈ ਉਹ ਕਵਰ ਕੀਤਾ ਜਾਏਗਾ ਅਤੇ ਨਾਲ ਦੀ ਨਾਲ ਜਿਹੜੀ PDFs ਹੈਗੇ ਹੈ ਉਹ ਵੀ ਮੇਰੇ ਵੱਲੋਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾਣਗੇ। ਜਿਹੜਾ ਅੱਜ ਤੋਂ ਆਪਾਂ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜਾ ਪਹਿਲਾ ਲੈਸਨ ਹੈ ਜਾਂ ਆਪਣੀ ਸਾਇੰਸ ਦਾ ਜਿਹੜਾ ਪਹਿਲਾ ਟੌਪਿਕ ਹੈ ਮੇਰੇ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਹੈ ਉਹ ਹੈ ਭੌਤਿਕ ਅਤੇ ਰਸਾਇਣਿਕ ਪਰਿਵਰਤਨ। ਔਰ ਜਿਹੜਾ ਆਪਣੇ ਸਿਲੇਬਸ ਵਿੱਚ ਦਿੱਤਾ ਹੈ ਕੈਮੀਕਲ ਰਿਐਕਸ਼ਨਸ, ਉਸ ਨੂੰ ਇਸੇ ਵੀਡੀਓ ਵਿੱਚ ਮੇਰੇ ਵੱਲੋਂ ਕਵਰ ਕੀਤਾ ਜਾਏਗਾ। ਸਭ ਤੋਂ ਪਹਿਲਾਂ ਅਸੀਂ ਇਹ ਸਮਝਦੇ ਹਾਂ ਵੀ ਭੌਤਿਕ ਜਾਂ ਰਸਾਇਣਿਕ ਪਰਿਵਰਤਨ ਹੁੰਦੇ ਕੀ ਹਨ। ਮੇਨ ਅਗਰ ਆਪਾਂ ਗੱਲ ਕਰੀਏ ਤਾਂ ਪਰਿਵਰਤਨ ਜਿਹੜੇ ਹੈ ਉਹ ਦੋ ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਭੌਤਿਕ ਅਤੇ ਦੂਸਰਾ ਹੈ ਰਸਾਇਣਿਕ। ਭੌਤਿਕ ਪਰਿਵਰਤਨ ਅਤੇ ਰਸਾਇਣਿਕ ਪਰਿਵਰਤਨ ਵਿੱਚ ਸਾਨੂੰ ਸਭ ਤੋਂ ਪਹਿਲਾਂ ਅੰਤਰ ਸਮਝਣਾ ਪਏਗਾ ਅਤੇ ਇੱਕ ਇੱਕ ਨੂੰ ਅਸੀਂ ਪਹਿਲਾਂ ਵਿਸਤਾਰ ਨਾਲ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਹੈ ਭੌਤਿਕ ਪਰਿਵਰਤਨ। ਭੌਤਿਕ ਪਰਿਵਰਤਨ ਦੌਰਾਨ ਜਿਹੜੇ ਪਦਾਰਥ ਦਾ ਆਕਾਰ ਹੈ, ਆਇਤਨ ਹੈ, ਰੰਗ ਹੈ ਜਾਂ ਜਿਹੜੀ ਉਸਦੀ ਅਵਸਥਾ ਹੈ ਉਹਦੇ ਵਿੱਚ ਜਿਹੜਾ ਹੈ ਬਦਲਾਵ ਹੁੰਦਾ ਹੈ। ਅਤੇ ਇਹ ਜਿਹੜਾ ਪਰਿਵਰਤਨ ਹੈ ਭੌਤਿਕ ਇਹ ਪਰਤਵਾਂ ਹੁੰਦਾ ਹੈ। ਲਗਭਗ ਆਪਾਂ ਜਿਨ੍ਹਾਂ ਅਵਸਥਾਵਾਂ ਵਿੱਚ ਭੌਤਿਕ ਪਰਿਵਰਤਨ ਹੁੰਦਾ ਹੈ ਉਹਨਾਂ ਨੂੰ ਦੁਬਾਰਾ ਪ੍ਰਾਪਤ ਕਰ ਸਕਦੇ ਹਾਂ। ਉਦਾਹਰਨ ਦੇ ਤੌਰ 'ਤੇ ਜੇ ਮੋਮ ਦਾ ਪਿੰਗਲਣਾ, ਮੋਮ ਜਦੋਂ ਮੋਮਬੱਤੀ ਜਲਦੀ ਹੈ ਤਾਂ ਮੋਮ ਜਿਹੜੀ ਪਿੰਗਲਦੀ ਹੈ ਉਹ ਆਪਣੀ ਜਿਹੜੀ ਭੌਤਿਕ ਅਵਸਥਾ ਉਸਦੀ ਸੇਮ ਰਹਿੰਦੀ ਹੈ। ਜਾਂ ਧਾਤਾਂ ਨੂੰ ਕੁੱਟ ਕੇ ਅਸੀਂ ਤਾਰ ਬਣਾਤੀ, ਚਾਦਰਾਂ ਬਣਾਤੀਆਂ ਜਾਂ ਕੋਈ ਹੋਰ ਉਸ ਤਰੀਕੇ ਦੀ ਆਪਾਂ ਚੀਜ਼ ਬਣਾਤੀ ਤਾਂ ਉਹ ਚੀਜ਼ ਜਿਹੜੀ ਹੈਗੀ ਹੈ ਵਾਪਸ ਲੋਹੇ ਵਿੱਚ ਆਪਾਂ ਉਸ ਨੂੰ ਬਦਲ ਸਕਦੇ ਹਾਂ ਜਾਂ ਧਾਤ ਜਿਸ ਤੋਂ ਬਣੀ ਹੈ ਉਸ ਨੂੰ ਉਹਦੇ ਵਿੱਚੋਂ ਦੁਬਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਤੀਸਰੀ ਜਿਹੜੀ ਐਗਜ਼ਾਮਪਲ, ਜਿਵੇਂ ਲੋਹੇ ਦਾ ਚੁੰਬਕੀਕਰਨ। ਲੋਹੇ ਨੂੰ ਅਗਰ ਆਪਾਂ ਚੁੰਬਕ ਵਿੱਚ ਬਦਲ ਦਈਏ ਤਾਂ ਕਈ ਦੇਰ ਬਾਅਦ ਉਹ ਵਾਪਸ ਜਿਹੜਾ ਹੈ ਲੋਹਾ ਬਣ ਜਾਂਦੀ ਹੈ। ਜਾਂ ਕਾਗਜ਼ ਨੂੰ ਗਿੱਲਾ ਕਰਨਾ, ਉਸ ਨੂੰ ਸੁਕਾਉਣਾ, ਇਹ ਸਾਰੇ ਜਿਹੜੇ ਪਰਿਵਰਤਨ ਹੈਗੇ ਨੇ ਇਹ ਭੌਤਿਕ ਪਰਿਵਰਤਨ ਹੈਗੇ ਨੇ। ਇਹਨਾਂ ਦੇ ਵਿੱਚ ਸਿਰਫ ਆਕਾਰ ਜਾਂ ਆਇਤਨ ਜਾਂ ਰੰਗ ਵਿੱਚ ਬਦਲਾਅ ਹੁੰਦਾ ਹੈ। ਇਸ ਤੋਂ ਇਲਾਵਾ ਉਸ ਦੇ ਜਿਹੜੇ ਗੁਣ ਹੈ, ਰਸਾਇਣਿਕ ਗੁਣ ਉਸਦੇ ਉਹ ਸੇਮ ਹੀ ਰਹਿੰਦੇ ਹਨ, ਉਹਨਾਂ ਵਿੱਚ ਕੋਈ ਬਦਲਾਵ ਨਹੀਂ ਹੁੰਦਾ। ਦੂਸਰੇ ਜਿਹੜੇ ਪਰਿਵਰਤਨਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਉਹ ਹੈਗੇ ਨੇ ਰਸਾਇਣਿਕ ਪਰਿਵਰਤਨ। ਰਸਾਇਣਿਕ ਗੁਣਾਂ ਵਿੱਚ ਪਰਿਵਰਤਨ ਆ ਜਾਂਦਾ ਹੈ ਇਸਦੇ ਤਾਂ। ਅਤੇ ਦੂਸਰਾ ਜਿਹੜਾ ਰਸਾਇਣਿਕ ਪਰਿਵਰਤਨ ਤੋਂ ਬਾਅਦ ਜਿਹੜਾ ਹੈ ਇੱਕ ਜਾਂ ਇੱਕ ਤੋਂ ਵੱਧ ਨਵੇਂ ਪਦਾਰਥ ਬਣਦੇ ਹਨ, ਜਿਵੇਂ ਕਾਗਜ਼, ਲੱਕੜ, ਬਾਲਣ ਦੀ ਜਲ ਕੇ ਸਵਾਹ ਵਿੱਚ ਬਦਲਣਾ। ਕਿਉਂਕਿ ਸਵਾਹ ਜਿਹੜੀ ਬਣ ਚੁੱਕੀ ਹੈ ਉਸ ਨੂੰ ਦੁਬਾਰਾ ਅਸੀਂ ਕਾਗਜ਼ ਜਾਂ ਲੱਕੜ ਨਹੀਂ ਬਣਾ ਸਕਦੇ। ਤਾਂ ਇਸ ਤਰੀਕੇ ਦਾ ਜਿਹੜਾ ਪਰਿਵਰਤਨ ਹੈ ਜਿਸ ਵਿੱਚ ਅਸੀਂ ਉਸ ਨੂੰ ਦੁਬਾਰਾ ਜਿਹੜੀ ਮੁੱਢਲੀ ਤੱਤ ਜਿਹੜਾ ਸੀਗਾ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ, ਉਸ ਨੂੰ ਰਸਾਇਣਿਕ ਪਰਿਵਰਤਨ ਕਿਹਾ ਜਾਂਦਾ ਹੈ। ਜਿਵੇਂ ਦੁੱਧ ਨੂੰ ਦਹੀਂ ਵਿੱਚ ਬਦਲਣਾ। ਅਸੀਂ ਦੁੱਧ ਨੂੰ ਦਹੀਂ ਵਿੱਚ ਬਦਲ ਸਕਦੇ ਹਾਂ, ਪਰੰਤੂ ਇਸ ਦਾ ਉਲਟ ਸੰਭਵ ਨਹੀਂ ਹੈ ਵੀ ਦਹੀਂ ਤੋਂ ਅਸੀਂ ਦੁੱਧ ਨਹੀਂ ਬਣਾ ਸਕਦੇ। ਲੋਹੇ ਨੂੰ ਜੰਗ ਲੱਗਣਾ, ਅੰਗੂਰਾਂ ਦਾ ਖਮੀਰਨ, ਭੋਜਨ ਦਾ ਪਕਾਇਆ ਜਾਣਾ, ਭੋਜਨ ਦਾ ਪਚਣਾ, ਸਾਹ ਕਿਰਿਆ, ਇਹ ਸਾਰੇ ਜਿਹੜੇ ਐਗਜ਼ਾਮਪਲਸ ਹੈਗੇ ਹੈ ਇਹ ਰਸਾਇਣਿਕ ਕਿਰਿਆਵਾਂ ਦੇ ਐਗਜ਼ਾਮਪਲ ਹੈਗੇ ਹੈ। ਤਾਂ ਹੁਣ ਜਿਹੜਾ ਨੈਕਸਟ ਮੈਂ ਟੌਪਿਕ ਕਰਵਾਊਂਗਾ ਉਹ ਰਸਾਇਣਿਕ ਪਰਿਵਰਤਨਾਂ ਨੂੰ ਦਰਸਾਉਂਦੇ ਕਿਵੇਂ ਹੈਗੇ ਆ ਉਸ ਬਾਰੇ ਪੜ੍ਹਾਂਗੇ। ਜਿਹੜੀਆਂ ਰਸਾਇਣਿਕ ਪਰਿਵਰਤਨ ਹੈਗੇ ਆ ਉਹਨਾਂ ਨੂੰ ਅਸੀਂ ਰਸਾਇਣਿਕ ਸਮੀਕਰਨ ਰਾਹੀਂ ਸ਼ੋਅ ਕਰਦੇ ਹੈਗੇ ਹਾਂ। ਤਾਂ ਸਭ ਤੋਂ ਪਹਿਲਾਂ ਰਸਾਇਣਿਕ ਸਮੀਕਰਨ ਨੂੰ ਦੇਖਦੇ ਹਾਂ ਆਪਾਂ। ਉਹਦੇ ਵਿੱਚ ਦੋ ਭਾਗ ਹੁੰਦੇ ਹਨ, ਇੱਕ ਹੈ ਅਭਿਕਾਰਕ, ਦੂਸਰਾ ਹੁੰਦਾ ਹੈ ਉਤਪਾਦ। ਅਭਿਕਾਰਕ ਜਿਹੜੇ ਕਿਰਿਆ ਕਰਕੇ ਉਤਪਾਦ ਵਿੱਚ ਬਦਲਦੇ ਹਨ। ਉਦਾਹਰਨ ਦੇ ਤੌਰ 'ਤੇ ਅਗਰ ਆਪਾਂ ਗੱਲ ਕਰੀਏ, ਜਿਵੇਂ ਮੈਗਨੀਸ਼ੀਅਮ ਅਤੇ ਆਕਸੀਜਨ, ਇਹ ਦੋ ਅਭਿਕਾਰਕ ਹੈਗੇ ਹਨ। ਇਹ ਆਪਸ 'ਚ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਜੋ ਕਿ ਇਸ ਦਾ ਉਤਪਾਦ ਹੈ ਇਸ ਦਾ ਨਿਰਮਾਣ ਕਰ ਰਹੇ ਹਨ। ਇਹ ਇੱਕ ਰਸਾਇਣਿਕ ਸਮੀਕਰਨ ਹੈ ਜਿਹੜੀ ਕਿ ਇੱਕ ਰਸਾਇਣਿਕ ਪ੍ਰਕਿਰਿਆ ਨੂੰ ਦਰਸਾ ਰਹੀ ਹੈ। ਰਸਾਇਣਿਕ ਸਮੀਕਰਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਸੰਤੁਲਨ ਕਰਨਾ ਉਹ ਕੀ ਚੀਜ਼ ਹੈ ਇਸ ਬਾਰੇ ਅਸੀਂ ਪੜ੍ਹਦੇ ਹੈਗੇ ਹਾਂ। ਰਸਾਇਣਿਕ ਜਿਹੜੀਆਂ ਸਮੀਕਰਨਾਂ ਜਾਂ ਰਸਾਇਣਿਕ ਪਰਿਵਰਤਨ ਹੁੰਦੇ ਹਨ ਉਹਨਾਂ ਦੇ ਅਭਿਕਾਰਕ ਵਾਲੀ ਸਾਈਡ ਅਤੇ ਉਤਪਾਦ ਵਾਲੀ ਸਾਈਡ ਦੋਵਾਂ ਵਿੱਚ ਪਰਮਾਣੂ ਦੀ ਸੰਖਿਆ ਜਿਹੜੀ ਹੈ ਉਹ ਬਰਾਬਰ ਹੁੰਦੀ ਹੈ। ਕਿਉਂਕਿ ਇੱਕ ਨਿਯਮ ਹੈ ਜਿਸ ਰਾਹੀਂ ਜਿਵੇਂ ਰਸਾਇਣਿਕ ਕਿਰਿਆ ਵਿੱਚ ਨਾ ਤਾਂ ਪੁੰਜ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ। ਅਸੀਂ ਇਸ ਐਗਜ਼ਾਮਪਲ ਤੋਂ ਸਮਝਦੇ ਹੈਗੇ ਹਾਂ ਵੀ ਸੰਤੁਲਿਤ ਸਮੀਕਰਨ ਕਿਹੜੀ ਹੁੰਦੀ ਹੈ ਅਤੇ ਅਸੰਤੁਲਿਤ ਕਿਹੜੀ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਜ਼ਿੰਕ ਨੂੰ ਅਸੀਂ ਜਿਹੜੀ
ਸਲਫਿਊਰਿਕ ਐਸਿਡ ਦੇ ਨਾਲ ਕਿਰਿਆ ਕਰਦਾ H2SO4। ਇਹ ਦੋ ਅਭਿਕਾਰਕ ਹੈਗੇ ਨੇ। ਇਹਨਾਂ ਦੇ ਰਸਾਇਣਿਕ ਜਿਹੜੇ ਹੈ ਕਿਰਿਆ ਤੋਂ ਬਾਅਦ ਜ਼ਿੰਕ ਸਲਫੇਟ ਅਤੇ ਹਾਈਡਰੋਜਨ ਦਾ ਉਤਪਾਦ ਵਜੋਂ ਸਾਨੂੰ ਪ੍ਰਾਪਤ ਹੁੰਦੇ ਹਨ। ਇਹਦੇ ਵਿੱਚ ਇਹਨਾਂ ਦੇ ਪਰਮਾਣੂਆਂ ਦੀ ਅਗਰ ਗਿਣਤੀ ਕਰੀਏ ਤਾਂ ਅਭਿਕਾਰਕ ਵਾਲੀ ਸਾਈਡ 'ਤੇ ਅਸੀਂ ਦੇਖਦੇ ਹਾਂ ਜ਼ਿੰਕ ਇਹਦੇ ਵਿੱਚ ਇੱਕ ਹੈ, ਹਾਈਡਰੋਜਨ ਦੇ ਜਿਹੜੇ ਪਰਮਾਣੂ ਹੈਗੇ ਨੇ ਉਹ ਦੋ ਹੈਗੇ ਨੇ, ਸਲਫਰ ਦਾ ਇੱਕ ਹੈ ਅਤੇ ਆਕਸੀਜਨ ਦੇ 4 ਹੈਗੇ ਹਨ। ਉਤਪਾਦ ਵਾਲੀ ਅਗਰ ਸਾਈਡ 'ਤੇ ਅਸੀਂ ਦੇਖਦੇ ਹਾਂ ਤਾਂ ਜ਼ਿੰਕ ਇੱਕ ਹੈ, ਸਲਫਰ ਇੱਕ ਹੈ, ਆਕਸੀਜਨ 4 ਅਤੇ ਹਾਈਡਰੋਜਨ 2। ਤਾਂ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਦੋਵਾਂ ਸਾਈਡਾਂ 'ਤੇ ਅਭਿਕਾਰਕ ਸਾਈਡ ਅਤੇ ਉਤਪਾਦ ਵਾਲੀ ਸਾਈਡ ਦੋਵਾਂ ਸਾਈਡਾਂ 'ਤੇ ਜਿਹੜੇ ਪਰਮਾਣੂ ਹੈਗੇ ਨੇ ਜਾਂ ਤੱਤ ਹੈਗੇ ਹੈ ਉਹ ਬਰਾਬਰ ਹੈਗੇ ਹਨ। ਤਾਂ ਇਸ ਨੂੰ ਅਸੀਂ ਸੰਤੁਲਿਤ ਸਮੀਕਰਨ ਬੋਲਦੇ ਹਾਂ। ਇੱਕ ਹੋਰ ਐਗਜ਼ਾਮਪਲ ਤੁਸੀਂ ਦੇਖਦੇ ਹਾਂ, ਫੈਰਸ ਹੈ, ਉਸ ਨੂੰ ਅਗਰ ਪਾਣੀ ਨਾਲ ਕਿਰਿਆ ਕਰਵਾਈ ਜਾਵੇ H2O ਪਾਣੀ, ਤਾਂ ਫੈਰਿਕ ਆਕਸਾਈਡ ਅਤੇ ਹਾਈਡਰੋਜਨ ਉਤਪਾਦ ਵਜੋਂ ਸਾਨੂੰ ਪ੍ਰਾਪਤ ਹੁੰਦੇ ਹਨ। ਹੁਣ ਇਹਨਾਂ ਦੋਵਾਂ ਸਾਈਡਾਂ ਅਭਿਕਾਰਕ ਸਾਈਡ ਅਤੇ ਉਤਪਾਦ ਸਾਈਡ, ਇਹਦੇ ਵਿੱਚ ਇੱਕ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਵਿਦਿਆਰਥੀਆਂ ਨੂੰ ਅਭਿਕਾਰਕ ਅਤੇ ਉਤਪਾਦਾਂ ਬਾਰੇ ਪਤਾ ਹੋਵੇ ਵੀ ਸਮੀਕਰਨ ਦੀ ਕਿਹੜੀ ਸਾਈਡ ਅਭਿਕਾਰਕ ਹੈ ਅਤੇ ਕਿਹੜੇ ਸਾਈਡ ਉਤਪਾਦ ਹੈ। ਜਿਹੜਾ ਤੀਰ ਦਾ ਨਿਸ਼ਾਨ ਵਿਚਕਾਰ ਸਮੀਕਰਨ ਦੇ ਵਿੱਚ ਲੱਗਿਆ ਹੁੰਦਾ ਹੈ, ਜਿਸ ਵੱਲ ਨੂੰ ਇਸ਼ਾਰਾ ਕਰ ਰਿਹਾ ਹੁੰਦਾ ਹੈ, ਉਹ ਵਾਲੀ ਸਾਈਡ ਉਤਪਾਦ ਸਾਈਡ ਹੁੰਦੀ ਹੈ। ਤਾਂ ਇਸ ਵਿੱਚ ਅਗਰ ਇਹਨਾਂ ਪਰਮਾਣੂਆਂ ਦੀ ਅਸੀਂ ਗਿਣਤੀ ਕਰੀਏ ਤਾਂ ਆਇਰਨ ਜਾਂ ਲੋਹੇ ਦਾ ਇੱਕ ਪਰਮਾਣੂ ਹੈ, ਹਾਈਡਰੋਜਨ ਦੇ 2 ਹਨ ਅਤੇ ਆਕਸੀਜਨ ਦਾ ਇਹਦੇ ਵਿੱਚ ਇੱਕ ਪਰਮਾਣੂ ਹੈ। ਅਤੇ ਉਤਪਾਦ ਸਾਈਡ 'ਤੇ ਅਗਰ ਆਪਾਂ ਗੱਲ ਕਰੀਏ ਤਾਂ ਜਿਹੜਾ ਲੋਹੇ ਦੇ 3 ਪਰਮਾਣੂ ਹਨ, ਹਾਈਡਰੋਜਨ ਦੇ 2 ਅਤੇ ਆਕਸੀਜਨ ਦੇ 4 ਪਰਮਾਣੂ ਹਨ। ਹੁਣ ਅਸੀਂ ਇਹਨਾਂ ਨੂੰ ਕੰਪੇਅਰ ਕਰਕੇ ਦੇਖੀਏ ਤਾਂ ਇਹਨਾਂ ਵਿੱਚ ਗਿਣਤੀ ਦਾ ਫਰਕ ਹੈ, ਕਿਉਂਕਿ ਫੈਰਿਕ ਇੱਧਰ ਇੱਕ ਹੈ, ਇਸ ਸਾਈਡ 'ਤੇ 3 ਹਨ, ਇੱਧਰ ਹਾਈਡਰੋਜਨ 2 ਇਹ ਬਰਾਬਰ ਹਨ। ਅਭਿਕਾਰਕ ਸਾਈਡ 'ਤੇ ਆਕਸੀਜਨ ਇੱਕ ਹੈ, ਬਟ ਉਤਪਾਦ ਸਾਈਡ 'ਤੇ ਜਿਹੜਾ ਆਕਸੀਜਨ ਹੈ ਉਹਨਾਂ ਪਰਮਾਣੂ ਦੀ ਸੰਖਿਆ 4 ਹੈ। ਤਾਂ ਇਹ ਸਮੀਕਰਨ ਅਸੰਤੁਲਿਤ ਸਮੀਕਰਨ ਹੈ। ਇਸ ਨੂੰ ਪਿੰਜਰ ਰਸਾਇਣਿਕ ਸਮੀਕਰਨ ਵੀ ਕਿਹਾ ਜਾਂਦਾ ਹੈ। ਤਾਂ ਇਹ ਚੀਜ਼ ਯਾਦ ਰੱਖਣੀ ਹੈ, ਪਿੰਜਰ ਰਸਾਇਣਿਕ ਸਮੀਕਰਨ ਕਿਹੜੀ ਹੁੰਦੀ ਹੈ? ਉਹ ਸਮੀਕਰਨ ਜਿਹੜੀ ਅਸੰਤੁਲਿਤ ਸਮੀਕਰਨ ਹੁੰਦੀ ਹੈ ਰਸਾਇਣਿਕ, ਉਸ ਨੂੰ ਅਸੀਂ ਕੀ ਬੋਲਦੇ ਹਾਂ? ਪਿੰਜਰ ਰਸਾਇਣਿਕ ਸਮੀਕਰਨ। ਹੁਣ ਇਸ ਨੂੰ ਇੱਕ ਸੰਤੁਲਨ ਕਰਨ ਦੀ ਵਿਧੀ ਹੈ ਵੀ ਇਹਨਾਂ ਨੂੰ ਅਸੀਂ ਸੰਤੁਲਿਤ ਕਿਵੇਂ ਕਰ ਸਕਦੇ ਹਾਂ। ਤਾਂ ਇਸ ਦੇ ਲਈ ਅਸੀਂ ਕੁਝ ਸਟੈਪਸ ਹੈ ਉਸ ਨੂੰ ਫੋਲੋ ਕਰਾਂਗੇ। ਉੱਪਰ ਦਿੱਤੀ ਹੋਈ ਸਮੀਕਰਨ ਜਿਹੜੀ ਕਿ ਅਸੰਤੁਲਿਤ ਹੈ ਉਸ ਨੂੰ ਇਸ ਮੈਥਡ ਰਾਹੀਂ ਅਸੀਂ ਸੰਤੁਲਿਤ ਕਰ ਸਕਦੇ ਹਾਂ। ਜਿਹੜਾ ਅਸੀਂ ਇਹ ਮੈਥਡ ਯੂਜ਼ ਕਰਨ ਜਾ ਰਹੇ ਹਾਂ ਇਸ ਨੂੰ ਹਿਟ ਐਂਡ ਟ੍ਰੇਲ ਮੈਥਡ ਕਿਹਾ ਜਾਂਦਾ ਹੈ। ਸਟੈਪ 1 ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਵੀ ਪਰਮਾਣੂ ਕਿਹੜੇ ਤੱਤ ਦੇ ਪਰਮਾਣੂਆਂ ਦੀ ਸੰਖਿਆ ਸਭ ਤੋਂ ਜ਼ਿਆਦਾ ਹੈ। ਇਹਦੇ ਵਿੱਚ ਦੋਨਾਂ ਸਾਈਡਾਂ 'ਤੇ ਅਸੀਂ ਅਗਰ ਦੇਖੀਏ ਤਾਂ ਆਕਸੀਜਨ ਸਭ ਤੋਂ ਜ਼ਿਆਦਾ ਹੈ 4 ਉਤਪਾਦ ਵਾਲੀ ਸਾਈਡ 'ਤੇ। ਤਾਂ ਸਭ ਤੋਂ ਪਹਿਲਾਂ ਅਸੀਂ ਆਕਸੀਜਨ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਾਂਗੇ। ਉਦਾਹਰਨ ਦੇ ਤੌਰ 'ਤੇ ਅਗਰ ਅਸੀਂ ਦੋਨਾਂ ਸਾਈਡਾਂ 'ਤੇ ਦੇਖੀਏ, ਅਭਿਕਾਰਕ ਸਾਈਡ 'ਤੇ ਆਕਸੀਜਨ 1 ਹੈ, ਉਤਪਾਦ ਸਾਈਡ 'ਤੇ ਆਕਸੀਜਨ ਦੀ ਗਿਣਤੀ 4 ਹੈ। ਤਾਂ ਸਾਨੂੰ ਜਿਹੜਾ ਹੈ 4 ਹੈ, ਜਿਹੜਾ ਜਿੱਥੇ ਆਕਸੀਜਨ ਆਪਣੇ ਕੋਲ ਆਕਸੀਜਨ ਹੈ ਉਹਨਾਂ ਨੂੰ 4 ਕਰਨਾ ਪਏਗਾ, ਕਿਉਂਕਿ ਅਭਿਕਾਰਕ ਵਾਲੀ ਸਾਈਡ 'ਤੇ H2O ਤਾਂ ਉਹ ਇੱਥੇ 1 ਹੈ, ਇਹਨੂੰ 4 ਕਰਨ ਦੇ ਲਈ ਸਾਨੂੰ ਇਸ ਨੂੰ 4 ਕਰਨਾ ਪਏਗਾ। ਤਾਂ ਅਸੀਂ ਚੌਰਸ ਬ੍ਰੈਕਟ ਲਗਾ ਕੇ ਇਸ ਦੇ ਅੱਗੇ 4 ਲਿਖ ਦਿੰਦੇ ਹਾਂ। ਇਹਦਾ ਮਤਲਬ ਇਹਦੇ ਵਿੱਚ ਆਕਸੀਜਨ ਦੀ ਸੰਖਿਆ ਹੁਣ 4 ਹੋ ਚੁੱਕੀ ਹੈ ਅਤੇ ਉਤਪਾਦ ਵਾਲੀ ਸਾਈਡ 'ਤੇ ਵੀ ਆਕਸੀਜਨ 4 ਹਨ। ਸਟੈਪ ਦੂਸਰੇ 'ਚ ਅਸੀਂ ਕੋਈ ਵੀ ਤੱਤ ਉਠਾ ਲੈਂਦੇ ਹਾਂ, ਜਿਵੇਂ ਇਹਦੇ ਵਿੱਚ ਹਾਈਡਰੋਜਨ ਅਸੀਂ ਲਿਆ ਹੈ। ਹੁਣ ਅਸੀਂ ਦੇਖੀਏ ਤਾਂ ਅਭਿਕਾਰਕ ਵਾਲੀ ਸਾਈਡ 'ਤੇ 4 H2, ਇਹਦਾ ਮਤਲਬ ਇਹਦੇ ਵਿੱਚ 8 ਜਿਹੜੇ ਤੱਤ ਹੈਗੇ ਜਾਂ ਪਰਮਾਣੂ ਹੈਗੇ ਉਹ ਹਾਈਡਰੋਜਨ ਦੇ ਹੈਗੇ ਹਨ। ਤਾਂ ਉਸ ਨੂੰ ਉਤਪਾਦ ਵਾਲੀ ਸਾਈਡ 'ਤੇ ਅਗਰ ਅਸੀਂ ਦੇਖਦੇ ਹਾਂ ਤਾਂ H2 ਹੈ, ਸਿਰਫ H2 ਹੈ, ਤਾਂ ਅਸੀਂ ਇਸ ਨੂੰ 4 ਅੱਗੇ ਲਿਖ ਦਿੰਦੇ ਹਾਂ। ਤਾਂ ਇਹਦਾ ਮਤਲਬ ਇਹ 8 ਤਾਂ ਹਾਈਡਰੋਜਨ ਦੇ ਤੱਤ ਵੀ ਦੋਨਾਂ ਸਾਈਡਾਂ 'ਤੇ ਅਭਿਕਾਰਕ ਅਤੇ ਉਤਪਾਦ ਸਾਈਡ 'ਤੇ ਬਰਾਬਰ ਹੋ ਗਏ ਹਨ। ਤੀਸਰੇ ਸਟੈਪ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜਾ ਲਾਸਟ ਵਾਲਾ ਤੱਤ ਆਪਣਾ ਲੋਹਾ ਬਚਿਆ ਹੈ ਉਸ ਨੂੰ ਬਰਾਬਰ ਕਰਦੇ ਹਾਂ। ਅਸੀਂ ਉਤਪਾਦ ਵਾਲੀ ਸਾਈਡ 'ਤੇ ਦੇਖੀਏ ਤਾਂ ਫੈਰਕ ਜਾਂ ਲੋਹੇ ਦੀ ਗਿਣਤੀ ਜਿਹੜੇ ਪਰਮਾਣੂਆਂ ਦੀ ਗਿਣਤੀ ਹੈ ਉਹ 3 ਹੈ। ਤਾਂ ਅਭਿਕਾਰਕ ਵਾਲੀ ਸਾਈਡ 'ਤੇ 1 ਹੈ, ਤਾਂ ਅਸੀਂ ਉਸ ਨੂੰ 3 ਨਾਲ ਗੁਣਾ ਕਰਕੇ ਉਸ ਨੂੰ ਸੰਤੁਲਿਤ ਕਰ ਸਕਦੇ ਹਾਂ। ਹੁਣ ਇਹ ਸਮੀਕਰਨ ਨੂੰ ਅਸੀਂ ਇਸ ਤਰੀਕੇ ਰਾਹੀਂ ਦਰਸਾ ਸਕਦੇ ਹਾਂ, 3Fe + 4H2O F3O4 + 4H2। ਇਹ ਸਮੀਕਰਨ ਅਗਰ ਦੋਵਾਂ ਸਾਈਡਾਂ 'ਤੇ ਅਸੀਂ ਇਹਨਾਂ ਦੇ ਵੱਖ-ਵੱਖ
ਤੱਤਾਂ ਦੀ ਗਿਣਤੀ ਕਰੀਏ ਤਾਂ ਉਹ ਬਰਾਬਰ ਆਏਗੀ। ਤਾਂ ਇਹ ਸਮੀਕਰਨ ਜਿਹੜੀ ਹੈ ਉਹ ਸੰਤੁਲਿਤ ਸਮੀਕਰਨ ਬਣ ਗਈ ਹੈ। ਇਸ ਪ੍ਰਕਿਰਿਆ ਨੂੰ ਰਸਾਇਣਿਕ ਸਮੀਕਰਨ ਨੂੰ ਸੰਤੁਲਨ ਕਰਨਾ ਕਿਹਾ ਜਾਂਦਾ ਹੈ ਅਤੇ ਇਹ ਜਿਹੜਾ ਅਸੀਂ ਮੈਥਡ ਯੂਜ਼ ਕਰਦੇ ਹਾਂ ਇਸ ਨੂੰ ਹਿਟ ਐਂਡ ਟ੍ਰਾਇਲ ਮੈਥਡ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਰਸਾਇਣਿਕ ਸਮੀਕਰਨਾਂ ਦੇ ਨਾਲ ਜਿਹੜੇ ਅਭਿਕਾਰਕ ਆਪਸ 'ਚ ਕਿਰਿਆ ਕਰ ਰਹੇ ਹਨ ਉਹਨਾਂ ਦੀ ਅਵਸਥਾਵਾਂ ਜਾਂ ਜਿਹੜੇ ਉਤਪਾਦ ਪੈਦਾ ਹੋ ਰਹੇ ਹਨ, ਬਣ ਰਹੇ ਹਨ, ਉਹਨਾਂ ਦੀਆਂ ਅਵਸਥਾਵਾਂ ਨੂੰ ਕਿਸ ਤਰੀਕੇ ਰਾਹੀਂ ਅਸੀਂ ਇੱਕ ਸਮੀਕਰਨ ਵਿੱਚ ਦਰਸਾ ਸਕਦੇ ਹਾਂ। ਠੋਸ ਦੇ ਲਈ ਸਮੋਲ ਐਸ ਦੀ ਵਰਤੋਂ ਕੀਤੀ ਜਾਂਦੀ ਹੈ। ਸਮੋਲ ਐਸ ਮੀਨਸ ਸੋਲਿਡ। ਤਰਲ ਜਿਹੜੇ ਤੱਤ ਹੈਗੇ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਐਲ ਦੀ ਵਰਤੋਂ ਕੀਤੀ ਜਾਂਦੀ ਹੈ। ਐਲ ਦਾ ਮਤਲਬ ਲਿਕੁਇਡ। ਅਤੇ ਜੀ ਦੇ ਲਈ, ਗੈਸ ਦੇ ਲਈ ਸਮੋਲ ਜੀ ਦੀ ਵਰਤੋਂ ਅਤੇ ਕੋਈ ਘੋਲ ਜਿਵੇਂ ਪਾਣੀ ਵਿੱਚ ਚੀਨੀ ਘੋਲੀ ਹੈ, ਨਮਕ ਘੋਲਿਆ ਹੈ ਜਾਂ ਕੋਈ ਹੋਰ ਤੱਤ ਜਾਂ ਕੋਈ ਯੌਗਿਕ ਉਹਦੇ ਵਿੱਚ ਆਪਾਂ ਘੋਲਿਆ ਹੈ ਤਾਂ ਉਸ ਨੂੰ ਏ ਕਿਊ ਰਾਹੀਂ ਦਰਸਾਇਆ ਜਾਂਦਾ ਹੈ। ਉੱਪਰ ਵਾਲੀ ਸਮੀਕਰਨ ਨੂੰ ਉਸ ਦੇ ਭੌਤਿਕ ਅਵਸਥਾ ਦੇ ਰੂਪ ਵਿੱਚ ਕਿਸ ਤਰੀਕੇ ਰਾਹੀਂ ਅਸੀਂ ਦਰਸਾ ਸਕਦੇ ਹਾਂ ਉਹ ਹੇਠਾਂ ਦਰਸਾਇਆ ਗਿਆ ਹੈ। 3Fe ਐਸ ਦਾ ਮਤਲਬ ਇੱਥੇ ਸੋਲਿਡ, ਜਿਹੜਾ ਲੋਹਾ ਹੈ ਉਹ ਠੋਸ ਅਵਸਥਾ ਵਿੱਚ ਹੈ। 4H2O ਬ੍ਰੈਕਟ ਜੀ ਲਿਖਿਆ। ਜੀ ਮਤਲਬ ਜਿਹੜਾ H2 ਹੈ ਇਹ ਭਾਫ ਦੇ ਰੂਪ ਵਿੱਚ ਹੈ, ਪਾਣੀ ਜਿਹੜਾ ਹੈ ਭਾਫ ਦੇ ਰੂਪ ਵਿੱਚ ਹੈ। Fe3O4 ਜਿਹੜਾ ਉਤਪਾਦ ਸਾਡੇ ਕੋਲ ਬਣ ਰਿਹਾ ਹੈ ਉਹ ਸੋਲਿਡ ਅਵਸਥਾ ਵਿੱਚ ਹੈ ਅਤੇ ਇੱਕ H2 4H2 ਬ੍ਰੈਕਟ ਦੇ ਵਿੱਚ ਜੀ ਦੇ ਹਾਈਡਰੋਜਨ ਗੈਸ ਜਿਹੜੀ ਹੈ ਉਹ ਇਹਦੇ ਵਿੱਚੋਂ ਬਣ ਰਹੀ ਹੈ ਨਾਲ। ਤਾਂ ਇਹ ਇਸ ਦੀਆਂ ਵੱਖ-ਵੱਖ ਭੌਤਿਕ ਅਵਸਥਾ ਨੂੰ ਅਸੀਂ ਰਸਾਇਣਿਕ ਸਮੀਕਰਨ ਰਾਹੀਂ ਇਸ ਤਰੀਕੇ ਰਾਹੀਂ ਦਰਸਾ ਸਕਦੇ ਹਾਂ। ਅਤੇ ਜਿਨ੍ਹਾਂ ਹਾਲਾਤਾਂ ਵਿੱਚ ਇਹ ਰਸਾਇਣਿਕ ਸਮੀਕਰਨ ਹੋ ਰਹੀ ਹੈ ਜਾਂ ਰਸਾਇਣਿਕ ਪ੍ਰਕਿਰਿਆ ਹੋ ਰਹੀ ਹੈ ਉਹਦੇ ਉੱਪਰ ਜਾਂ ਹੇਠਾਂ ਅਸੀਂ ਉਹਨਾਂ ਹਾਲਾਤਾਂ ਜਾਂ ਉਹਨਾਂ ਸਥਿਤੀਆਂ ਬਾਰੇ ਜਾਣਕਾਰੀ ਦੇ ਸਕਦੇ ਹਾਂ। ਉਦਾਹਰਨ ਦੇ ਤੌਰ 'ਤੇ ਅਗਰ ਕੋਈ ਅਭਿਕਿਰਿਆ ਸੂਰਜ ਦੇ ਪ੍ਰਕਾਸ਼ ਦੀ ਰੋਸ਼ਨੀ ਵਿੱਚ ਹੋ ਰਹੀ ਹੈ ਤਾਂ ਉੱਪਰਲੇ ਪਾਸੇ ਅਸੀਂ ਸੂਰਜ ਦਾ ਪ੍ਰਕਾਸ਼ ਜਾਂ ਉਸ ਨੂੰ ਗਰਮ ਕਰਕੇ ਉਹ ਰਸਾਇਣਿਕ ਕਿਰਿਆ ਹੋ ਰਹੀ ਹੈ ਤਾਂ ਉਸੇ ਗਰਮ ਕਰਨਾ, ਠੰਡਾ ਕਰਨਾ ਜਾਂ ਕਿੰਨੇ ਟੈਂਪਰੇਚਰ ਹੈ ਉਸ ਨੂੰ ਜਿਹੜੀ ਐਰੋ ਸਾਈਨ ਦਿੱਤਾ ਹੁੰਦਾ ਉਸ ਦੇ ਉੱਪਰ ਜਾਂ ਹੇਠਾਂ ਅਸੀਂ ਉਸ ਨੂੰ ਦਰਸਾ ਸਕਦੇ ਹਾਂ। ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ, ਇਹ ਸਭ ਤੋਂ ਇੰਪੋਰਟੈਂਟ ਟੌਪਿਕ ਹੈ ਜਿਹੜਾ ਕਿ ਪਿਛਲੇ ETT ਵਾਲੇ ਐਗਜ਼ਾਮ ਵਿੱਚ ਪੁੱਛਿਆ ਵੀ ਗਿਆ ਹੈ। ਤਾਂ ਸਾਨੂੰ ਜਿਹੜੇ ਇਹਦੇ ਬੇਸਿਕ ਪ੍ਰਿੰਸੀਪਲਸ ਹੈਗੇ ਉਹ ਸਾਨੂੰ ਯਾਦ ਹੋਣੇ ਚਾਹੀਦੇ ਹਨ ਤਾਂ ਜੋ ਪੇਪਰ ਵਿੱਚ ਅਗਰ ਕੋਈ ਕੁਐਸਚਨ ਇਸ ਤਰੀਕੇ ਦਾ ਆਉਂਦਾ ਹੈ ਤਾਂ ਅਸੀਂ ਉਸ ਨੂੰ ਸੋਲਵ ਕਰ ਸਕੀਏ। ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ ਜਿਹੜੀਆਂ ਹੈਗੀਆਂ ਉਹ ਮੇਨਲੀ ਅਸੀਂ ਉਸ ਨੂੰ 3 ਭਾਗਾਂ ਵਿੱਚ ਵੰਡਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਹੁੰਦਾ ਸੰਯੋਜਨ ਕਿਰਿਆ। ਰਸਾਇਣਿਕ ਕਿਰਿਆਵਾਂ ਦੀਆਂ ਕਿਸਮਾਂ, ਸਭ ਤੋਂ ਪਹਿਲਾਂ ਜਿਹੜੀ ਰਸਾਇਣਿਕ ਕਿਰਿਆਵਾਂ ਹੈਗੀਆਂ ਹਨ ਉਹਨਾਂ ਵਿੱਚ ਸੰਯੋਜਨ ਕਿਰਿਆ। ਸੰਯੋਜਨ ਦਾ ਅਰਥ ਹੁੰਦਾ ਹੈ ਮਿਲਣਾ ਜਾਂ ਇਸ ਨੂੰ ਅੰਗਰੇਜ਼ੀ 'ਚ ਬੋਲਿਆ ਕੰਬੀਨੇਸ਼ਨ ਰਿਐਕਸ਼ਨਸ। ਉਦਾਹਰਨ ਦੇ ਤੌਰ 'ਤੇ CaO ਜਿਹੜਾ ਕਿ ਸੋਲਿਡ ਅਵਸਥਾ ਵਿੱਚ ਹੈ ਉਸ ਵਿੱਚ ਪਾਣੀ H2O ਜਿਹੜਾ ਕਿ ਲਿਕੁਇਡ ਅਵਸਥਾ ਵਿੱਚ ਹੈ ਮਿਲਾਇਆ ਜਾਂਦਾ ਹੈ ਤਾਂ CaOH² ਕੈਲਸ਼ੀਅਮ ਹਾਈਡਰੋਕਸਾਈਡ ਅਤੇ ਤਾਪ ਊਰਜਾ ਦੀ ਪ੍ਰਾਪਤੀ ਹੁੰਦੀ ਹੈ। ਇੱਥੇ ਅਸੀਂ ਗੌਰ ਕਰੀਏ ਤਾਂ ਅਭਿਕਾਰਕ ਵਾਲੀ ਸਾਈਡ 'ਤੇ ਅਗਰ ਅਸੀਂ ਦੇਖਦੇ ਹਾਂ ਤਾਂ ਉਹਦੇ ਵਿੱਚ 2 ਅਭਿਕਾਰਕ ਹਨ, ਪਹਿਲਾ ਕੈਲਸ਼ੀਅਮ ਆਕਸਾਈਡ, ਦੂਸਰਾ ਪਾਣੀ। ਅਤੇ ਉਤਪਾਦ ਵਾਲੀ ਸਾਈਡ 'ਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਕੇਵਲ ਇੱਕ ਹੀ ਉਤਪਾਦ ਸਾਨੂੰ ਪ੍ਰਾਪਤ ਹੋ ਰਿਹਾ ਹੈ, ਉਹ ਹੈ ਕੈਲਸ਼ੀਅਮ ਹਾਈਡਰੋਕਸਾਈਡ ਅਤੇ ਨਾਲ ਤਾਪ ਦੀ ਨਿਕਾਸੀ ਹੋ ਰਹੀ ਹੈ। ਤਾਂ ਇਸ ਪ੍ਰਕਾਰ ਦੀ ਪ੍ਰਕਿਰਿਆ ਜਿਸ ਵਿੱਚ 2 ਜਾਂ 2 ਤੋਂ ਵੱਧ ਅਭਿਕਾਰਕ ਆਪਸ ਵਿੱਚ ਮਿਲ ਕੇ ਇੱਕ ਉਤਪਾਦ ਬਣਾਉਂਦੇ ਹਨ ਉਸ ਨੂੰ ਅਸੀਂ ਸੰਯੋਜਨ ਕਿਰਿਆ ਬੋਲਦੇ ਹਾਂ। ਕਿਉਂਕਿ ਇਸ ਵਿੱਚੋਂ ਤਾਪ ਊਰਜਾ ਜਿਹੜੀ ਹੈ ਉਹ ਨਿਕਲ ਰਹੀ ਹੈ ਤਾਂ ਇਸ ਨੂੰ ਐਗਜ਼ੋਥਰਮਿਕ ਜਾਂ ਤਾਪ ਨਿਕਾਸੀ ਰਸਾਇਣਿਕ ਕਿਰਿਆ ਵੀ ਕਿਹਾ ਜਾਂਦਾ ਹੈ। ਜਿਹੜੀ ਦੂਸਰੀ ਕਿਸਮ ਹੈ ਉਹ ਹੈ ਅਪਘਟਨ ਕਿਰਿਆ। ਅਪਘਟਨ ਕਿਰਿਆ ਇਸ ਦੀ ਅਗਰ ਅਸੀਂ ਗੱਲ ਕਰੀਏ, ਇਸ ਦੀ ਐਗਜ਼ਾਮਪਲ ਦੇਖੀਏ 2FeSO4 ਜਿਹੜਾ ਕਿ ਸੋਲਿਡ ਅਵਸਥਾ ਵਿੱਚ ਹੈ ਉਸ ਨੂੰ ਅਗਰ ਅਸੀਂ ਗਰਮ ਕਰਦੇ ਹਾਂ ਤਾਂ FeO3 ਫੈਰਿਕ ਆਕਸਾਈਡ ਜਿਹੜਾ ਕਿ ਸੋਲਿਡ ਅਵਸਥਾ ਵਿੱਚ SO2 ਗੈਸ
ਤੇ SO3 ਗੈਸ, ਇਹ ਦੋਨੇ ਗੈਸਾਂ ਨਿਕਲ ਰਹੀਆਂ ਹਨ। ਇਸ ਨੂੰ ਅਗਰ ਆਪਾਂ ਗੌਰ ਨਾਲ ਦੇਖੀਏ ਤਾਂ ਅਭਿਕਾਰਕ ਸਾਈਡ ਵੱਲ ਅਸੀਂ ਦੇਖਦੇ ਹਾਂ ਇੱਕ ਹੀ ਅਭਿਕਾਰਕ ਹੈ, ਪਰੰਤੂ ਜਦੋਂ ਉਤਪਾਦ ਵਾਲੀ ਸਾਈਡ 'ਤੇ ਅਸੀਂ ਦੇਖਦੇ ਹਾਂ ਤਾਂ 3 ਉਤਪਾਦ ਜਿਹੜੇ ਹੈ ਵੱਖੋ ਵੱਖਰੇ ਇਸ ਵਿੱਚੋਂ ਨਿਕਲ ਰਹੇ ਹਨ। ਤਾਂ ਉਹ ਪ੍ਰਕਿਰਿਆਵਾਂ ਜਿਸ ਵਿੱਚ ਅਭਿਕਾਰਕ ਟੁੱਟ ਕੇ 2 ਜਾਂ 2 ਤੋਂ ਵੱਧ ਉਤਪਾਦਾਂ ਦੇ ਨੂੰ ਜਿਹੜਾ ਹੈ ਪੈਦਾ ਕਰਦਾ ਹੈ, ਤਾਂ ਉਹਨਾਂ ਸਮੀਕਰਨਾਂ ਨੂੰ ਅਪਘਟਨ ਕਿਰਿਆਵਾਂ ਕਿਹਾ ਜਾਂਦਾ ਹੈ। ਕਿਉਂਕਿ ਇਸ ਜਿਹੜੀ ਰਸਾਇਣਿਕ ਕਿਰਿਆ ਹੈ ਇਹਦੇ ਵਿੱਚ ਇਸ ਨੂੰ ਗਰਮ ਕਰ ਰਹੇ ਹਾਂ ਅਸੀਂ, ਤਾਂ ਇਸ ਨੂੰ ਤਾਪ ਅਪਘਟਨ ਕਿਰਿਆ ਵੀ ਕਿਹਾ ਜਾਂਦਾ ਹੈ। ਜਾਂ ਇਹਨਾਂ ਜਿਹੜੀਆਂ ਰਸਾਇਣਿਕ ਜਿਹੜੀਆਂ ਕਿਰਿਆਵਾਂ ਹਨ ਇਹਨਾਂ ਨੂੰ ਤਾਪ ਸੋਖੀ ਕਿਰਿਆਵਾਂ ਵੀ ਕਿਹਾ ਜਾ ਸਕਦਾ ਹੈ। ਇਹਨਾਂ ਨੂੰ ਐਂਡੋਥਰਮਿਕ ਇੰਗਲਿਸ਼ 'ਚ ਕਿਹਾ ਜਾਂਦਾ ਹੈ। ਤਾਂ ਅਸਲ 'ਚ ਕੀ ਹੈ, ਸਾਇੰਸ ਦੇ ਵਿੱਚ ਕਈ ਵਾਰ ਇਹ ਹੁੰਦਾ ਹੈ ਵੀ ਪੇਪਰ ਦੇ ਵਿੱਚ ਜਿਹੜੀ ਟਰਮ ਹੈ ਉਹ ਅੰਗਰੇਜ਼ੀ ਵਿੱਚ ਪੁੱਛ ਲਈ ਜਾਂਦੀ ਹੈ। ਉਦਾਹਰਨ ਦੇ ਤੌਰ 'ਤੇ ਜਿਵੇਂ ਤਾਪ ਨਿਕਾਸੀ ਹੈ ਤਾਂ ਪੰਜਾਬੀ ਵਿੱਚ ਉੱਥੇ ਐਕਸੋਥਰਮਿਕ ਲਿਖਿਆ ਆ ਜਾਏਗਾ ਵੀ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਕਿਰਿਆ ਜਿਹੜੀ ਹੈ ਉਹ ਐਕਸੋਥਰਮਿਕ ਹੈ। ਤਾਂ ਇਸ ਲਈ ਸਾਨੂੰ ਜਿਹੜੇ ਹੈਗੇ ਹੈ ਜਿਹੜੀ ਸਾਇੰਸ ਦੇ ਵਿੱਚ ਜਿਹੜੇ ਵਰਡ ਹੈ ਉਹਨਾਂ ਨੂੰ ਪੰਜਾਬੀ ਉਹਨਾਂ ਦੇ ਮਤਲਬ ਦੇ ਨਾਲ ਨਾਲ ਸਾਨੂੰ ਉਸ ਦਾ ਅੰਗਰੇਜ਼ੀ ਜਿਹੜਾ ਅਨੁਵਾਦ ਹੈ ਉਹ ਵੀ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਪੇਪਰ ਵਿੱਚ ਅਗਰ ਇਸ ਤਰੀਕੇ ਦਾ ਕੁਐਸਚਨ ਆਉਂਦਾ ਹੈ ਐਕਜ਼ੋਥਰਮਿਕ ਐਂਡੋਥਰਮਿਕ ਤਾਂ ਆਪਾਂ ਉਹਨਾਂ ਨੂੰ ਸਮਝ ਸਕੀਏ। ਜਾਂ ਡੀਕੰਪੋਜੀਸ਼ਨ ਰਿਐਕਸ਼ਨਸ ਹੈਗੀਆਂ, ਕੰਬੀਨੇਸ਼ਨ ਰਿਐਕਸ਼ਨਸ ਹੈਗੀਆਂ, ਤਾਂ ਇਹਨਾਂ ਬਾਰੇ ਸਾਨੂੰ ਨਾਲ ਪੰਜਾਬੀ ਸ਼ਬਦ ਦੇ ਨਾਲ ਨਾਲ ਇਹਨਾਂ ਦਾ ਇੰਗਲਿਸ਼ ਮੀਨਿੰਗ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਤੀਸਰੀ ਪ੍ਰਕਾਰ ਦੀਆਂ ਜਿਹੜੀਆਂ ਰਸਾਇਣਿਕ ਕਿਰਿਆਵਾਂ ਹੁੰਦੀਆਂ ਹਨ ਉਹ ਹੁੰਦੀਆਂ ਹਨ ਵਿਸਥਾਪਨ। ਵਿਸਥਾਪਨ ਦਾ ਮਤਲਬ ਹੁੰਦਾ ਹੈ ਸਥਾਨ ਗ੍ਰਹਿਣ ਕਰਨਾ, ਇੱਕ ਤੱਤ ਦੁਆਰਾ ਦੂਸਰੇ ਤੱਤ ਦਾ ਸਥਾਨ ਗ੍ਰਹਿਣ ਕਰਨਾ। ਉਹ ਕਿਰਿਆਵਾਂ ਡਿਸਪਲੇਸਮੈਂਟ ਰਿਐਕਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਹੁੰਦੀਆਂ ਹਨ। ਅਗਰ ਇਸ ਦੀ ਐਗਜ਼ਾਮਪਲ ਅਸੀਂ ਲਈਏ, ਲੋਹਾ ਹੈ ਜਿਹੜਾ ਕਿ ਸੋਲਿਡ ਅਵਸਥਾ ਵਿੱਚ ਹੈ, ਕੋਪਰ ਸਲਫੇਟ ਦਾ ਘੋਲ ਐਕਵਸ ਸੋਲਿਊਸ਼ਨ ਹੈ, ਤਾਂ ਇਹ ਸ਼ੋ ਕਰ ਰਿਹਾ ਹੈ ਇਹ ਘੋਲ ਹੈ ਕੋਪਰ ਸਲਫੇਟ ਦਾ। ਜਦੋਂ ਇਹਨਾਂ ਦੀ ਰਿਐਕਸ਼ਨ ਹੁੰਦੀ ਹੈ ਤਾਂ ਫੈਰਸ ਸਲਫੇਟ ਜਿਹੜਾ ਕਿ ਘੋਲ ਬਣ ਗਿਆ ਹੈ ਲੋਹੇ ਦਾ, ਨਾਲ ਕੋਪਰ ਜਿਹੜਾ ਕਿ ਸੋਲਿਡ ਅਵਸਥਾ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ। ਹੁਣ ਇਸ ਨੂੰ ਅਗਰ ਗੌਰ ਨਾਲ ਅਭਿਕਾਰਕ ਸਾਈਡ ਵੱਲ ਅਸੀਂ ਦੇਖੀਏ ਤਾਂ ਫੈਰਸ ਜਿਹੜਾ ਹੈ ਕੋਪਰ ਨੂੰ ਰਿਪਲੇਸ ਕਰ ਰਿਹਾ ਹੈ, ਤਾਂ ਇਸ ਕਰਕੇ ਇਸ ਜਿਹੜੀ ਕਿਰਿਆ ਹੈ ਇਸ ਨੂੰ ਕੀ ਬੋਲਿਆ ਜਾਂਦਾ ਹੈ, ਵਿਸਥਾਪਨ ਕਿਰਿਆ। ਦੂਸਰੀ ਵਿਸਥਾਪਨ ਕਿਰਿਆ ਦੇ ਦੌਰਾਨ ਹੀ ਇੱਕ ਇਸ ਦੀ ਸਬ ਟਾਈਪ ਹੈ ਦੋਹਰਾ ਵਿਸਥਾਪਨ ਜਾਂ ਡਬਲ ਡਿਸਪਲੇਸਮੈਂਟ। ਇਸ ਵਿੱਚ ਕੀ ਹੁੰਦਾ ਹੈ, ਅਭਿਕਾਰਕ ਵਾਲੀ ਸਾਈਡ 'ਤੇ ਦੋਨੇ ਅਭਿਕਾਰਕ ਇੱਕ ਦੂਸਰੇ ਨੂੰ ਰਿਪਲੇਸ ਕਰਦੇ ਹਨ। ਉਦਾਹਰਨ ਦੇ ਤੌਰ 'ਤੇ ਸੋਡੀਅਮ ਸਲਫੇਟ ਹੈ ਜਿਸ ਦਾ ਸੋਲਿਊਸ਼ਨ ਹੈ ਅਤੇ ਬੇਰੀਅਮ ਕਲੋਰਾਈਡ ਦਾ ਇੱਕ ਸੋਲਿਊਸ਼ਨ ਹੈ। ਇਹਨਾਂ ਦੋਵਾਂ ਨੂੰ ਅਗਰ ਅਸੀਂ ਗੌਰ ਨਾਲ ਦੇਖੀਏ ਤਾਂ ਸੋਡੀਅਮ ਨੇ ਬੇਰੀਅਮ ਨੂੰ ਰਿਪਲੇਸ ਕਰਤਾ ਅਤੇ ਬੇਰੀਅਮ ਨੇ ਸੋਡੀਅਮ ਨੂੰ ਰਿਪਲੇਸ ਕਰਤਾ। ਅਭਿਕਾਰਕ ਸਾਈਡ ਦੇ ਉੱਪਰ ਜਿਹੜਾ ਸੋਡੀਅਮ ਹੈ ਇਸ ਨੂੰ ਰਿਪਲੇਸ ਕਰ ਰਿਹਾ ਹੈ ਅਤੇ ਇਹ ਵਾਲਾ ਇੱਥੇ ਇਸ ਨੂੰ ਰਿਪਲੇਸ ਕਰਤਾ, ਤਾਂ ਇਹ ਦੋਵਾਂ ਸਾਈਡਾਂ ਵੱਲੋਂ ਰਿਪਲੇਸਮੈਂਟ ਹੋ ਰਹੀ ਹੈ। ਇਸ ਨੂੰ ਜਿਹੜਾ ਹੈ ਦੋਹਰਾ ਵਿਸਥਾਪਨ ਜਾਂ ਡਬਲ ਡਿਸਪਲੇਸਮੈਂਟ ਕਿਹਾ ਜਾਂਦਾ ਹੈ। ਕੈਮੀਕਲ ਰਿਐਕਸ਼ਨਸ ਦਾ ਜਿਹੜਾ ਅਗਲਾ ਸਾਡਾ ਟੌਪਿਕ ਹੈ ਉਹ ਆਕਸੀਕਰਨ ਅਤੇ ਲਘੂਕਰਨ, ਜਿਸ ਦਾ ਕੁਐਸਚਨ ਵੀ ਪਿੱਛੇ ਹੋਰ ਪੇਪਰਾਂ ਵਿੱਚ ਪੁੱਛਿਆ ਗਿਆ ਸੀ। ਤਾਂ ਸਾਨੂੰ ਇਹਨਾਂ ਬਾਰੇ ਜਿਹੜੀ ਹੈ ਨੌਲੇਜ ਹੋਣੀ ਚਾਹੀਦੀ ਹੈ। ਬਿਲਕੁਲ ਆਸਾਨ ਜਿਹਾ ਜਿਹੜਾ ਹੈ ਇਹ ਟੌਪਿਕ ਹੈ, ਅਤੇ ਅਗਰ ਇਸ ਦੇ ਜਿਹੜੇ ਬੇਸਿਕ ਪ੍ਰਿੰਸੀਪਲ ਨੂੰ ਅਸੀਂ ਸਮਝ ਲੈਂਦੇ ਹਾਂ ਤਾਂ ਸਾਨੂੰ ਪੇਪਰ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ। ਸਭ ਤੋਂ ਪਹਿਲਾਂ ਅਗਰ ਆਕਸੀਕਰਨ ਦੀ ਗੱਲ ਕਰੀਏ ਤਾਂ ਇੱਕੋ ਲਾਈਨ ਵਿੱਚ ਆਪਾਂ ਅਗਰ ਇਸ ਨੂੰ ਯਾਦ ਕਰਨਾ ਹੋਵੇ ਤਾਂ ਆਕਸੀਜਨ ਪ੍ਰਾਪਤ ਕਰਨਾ। ਅਗਰ ਕੋਈ ਤੱਤ ਆਕਸੀਜਨ ਨੂੰ ਪ੍ਰਾਪਤ ਕਰ ਰਿਹਾ ਹੈ ਕਿਸੇ ਸਮੀਕਰਨ ਦੇ ਵਿੱਚ ਤਾਂ ਇਸ ਦਾ ਮਤਲਬ ਉਸ ਦਾ ਆਕਸੀਕਰਨ ਹੋ ਰਿਹਾ ਹੈ। ਦੂਸਰਾ ਹੈ ਲਘੂਕਰਨ। ਅਗਰ ਕੋਈ ਅਜਿਹੀ ਰਸਾਇਣਿਕ ਕਿਰਿਆ ਹੈ ਜਿਸ ਦੇ ਵਿੱਚ ਆਕਸੀਜਨ ਕੋਈ ਤੱਤ ਗਵਾ ਰਿਹਾ ਹੈ ਤਾਂ ਉਸ ਤੱਤ ਦਾ ਲਘੂਕਰਨ ਹੋ ਰਿਹਾ ਹੈ। ਉਦਾਹਰਨ ਅਗਰ ਇਸ ਦੀ ਅਗਰ ਦੇਖੀਏ ਤਾਂ ਕਾਪਰ ਆਕਸਾਈਡ CuO+H2 ਹਾਈਡਰੋਜਨ, ਇਸ ਨਾਲ ਗਰਮ ਕਰਦੇ ਹਾਂ ਅਗਰ ਆਪਾਂ ਤਾਂ Cu+
प्लस H2O मतलब पानी, ਕੋਪਰ ਅਤੇ ਪਾਣੀ ਦਾ ਨਿਰਮਾਣ ਹੋ ਰਿਹਾ ਹੈ। ਤਾਂ ਅਭਿਕਾਰਕ ਵਾਲੀ ਸਾਈਡ 'ਤੇ ਅਗਰ ਅਸੀਂ ਦੇਖਦੇ ਹਾਂ, ਇੱਕ ਚੀਜ਼ ਇੱਥੇ ਇਹ ਨੋਟ ਕਰਨ ਵਾਲੀ ਹੈ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਅਭਿਕਾਰਕ ਦਾ ਹੀ ਆਕਸੀਕਰਨ ਜਾਂ ਲਘੂਕਰਨ ਹੋਏਗਾ। ਉਤਪਾਦ ਵਾਲੀ ਸਾਈਡ 'ਤੇ ਅਸੀਂ ਨਹੀਂ ਦੇਖਣਾ। ਪਹਿਲੇ ਜਿਹੜਾ ਅਭਿਕਾਰਕ ਹੈ CuO, ਉਤਪਾਦ ਵਾਲੀ ਸਾਈਡ 'ਤੇ ਅਗਰ ਆਪਾਂ ਦੇਖੀਏ ਤਾਂ CuO ਦੇ ਵਿੱਚੋਂ ਜਿਹੜਾ ਆਕਸੀਜਨ ਹੈ ਉਹ ਨਿਕਲ ਰਿਹਾ ਹੈ। ਤਾਂ ਇਸ ਦਾ ਮਤਲਬ ਇਹ ਹੈ ਵੀ Cu ਦੇ ਵਿੱਚੋਂ ਨਿਕਲਦੇ ਕਾਰਨ ਇਸ ਦਾ ਲਘੂਕਰਨ ਹੋ ਰਿਹਾ ਹੈ, ਕਿਉਂਕਿ ਇਹ ਆਕਸੀਜਨ ਨੂੰ ਗਵਾ ਰਿਹਾ ਹੈ। ਦੂਸਰੇ ਸਾਈਡ 'ਤੇ ਹਾਈਡਰੋਜਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਹਾਈਡਰੋਜਨ ਦੇ ਨਾਲ ਆਕਸੀਜਨ ਮਿਲ ਰਿਹਾ ਹੈ। ਇਟ ਮੀਨਸ ਹਾਈਡਰੋਜਨ ਜਿਹੜਾ ਹੈ ਆਕਸੀਜਨ ਪ੍ਰਾਪਤ ਕਰ ਰਿਹਾ ਹੈ, ਤਾਂ ਹਾਈਡਰੋਜਨ ਦਾ ਆਕਸੀਕਰਨ ਹੋ ਰਿਹਾ ਹੈ। ਅਤੇ ਜਿਹੜੀਆਂ ਅਸਲ 'ਚ ਜਿੰਨੀਆਂ ਵੀ ਸਮੀਕਰਨ ਇਸ ਤਰੀਕੇ ਦੀਆਂ ਹੁੰਦੀਆਂ ਹਨ, ਉਹਨਾਂ ਵਿੱਚ ਦੋਵੇਂ ਕਿਰਿਆਵਾਂ ਨਾਲ ਨਾਲ ਹੁੰਦੀਆਂ ਹਨ, ਲਘੂਕਰਨ ਅਤੇ ਆਕਸੀਕਰਨ। ਇਹਨਾਂ ਨੂੰ ਕੰਬਾਈਨਡ ਰੂਪ ਵਿੱਚ ਰੈਡੋਕਸ ਰਿਐਕਸ਼ਨ ਵੀ ਕਿਹਾ ਜਾਂਦਾ ਹੈ। ਧਿਆਨ ਰੱਖਣਾ ਹੈ, ਰਿਡਕਸ਼ਨ ਐਂਡ ਆਕਸੀਡੇਸ਼ਨ ਦੋਵਾਂ ਦੇ ਇਕੱਠ ਤੋਂ ਮਿਲ ਕੇ ਬਣਿਆ ਹੈ। ਤਾਂ ਇਹ ਧਿਆਨ ਰੱਖਣਾ ਹੈ ਵੀ ਰਿਡੋਕਸ ਕਿਰਿਆਵਾਂ ਕਿਹੜੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਆਕਸੀਕਰਨ ਅਤੇ ਲਘੂਕਰਨ ਹੁੰਦਾ ਹੈ, ਬਰਾਬਰ 'ਚ ਹੁੰਦਾ ਹੈ। ਇਹਦੀਆਂ ਕੁਝ ਐਗਜ਼ਾਮਪਲਸ ਦਿੱਤੀਆਂ ਗਈਆਂ ਹਨ ਆਕਸੀਕਰਨ ਦੀਆਂ, ਤਾਂ ਇਹ ਯਾਦ ਰੱਖਣ ਵਾਲੀਆਂ ਹਨ। ਪੇਪਰ 'ਚ ਇਹਨਾਂ ਬਾਰੇ ਪੁੱਛਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਖੋਰਨ ਹੈ। ਖੋਰਨ ਜਿਹੜੀ ਕਿਰਿਆ ਹੈ ਉਹ ਆਕਸੀਕਰਨ ਦਾ ਨਤੀਜਾ ਹੈ। ਪੇਪਰ 'ਚ ਇਸ ਤਰੀਕੇ ਦਾ ਹੀ ਪੁੱਛਿਆ ਜਾ ਸਕਦਾ ਹੈ ਵੀ ਖੋਰਨ ਆਕਸੀਕਰਨ ਦਾ ਨਤੀਜਾ ਹੈ ਜਾਂ ਲਘੂਕਰਨ ਦਾ ਨਤੀਜਾ ਹੈ। ਖੋਰਨ ਅਸਲ 'ਚ ਆਪਾਂ ਜਿਸ ਨੂੰ ਜੰਗ ਲੱਗਣਾ ਬੋਲਦੇ ਹਾਂ, ਤਾਂ ਇਹ ਧਿਆਨ ਰੱਖਣਾ ਹੈ ਖੋਰਨ ਹੈ ਜਿਹੜਾ ਉਹ ਆਕਸੀਕਰਨ ਦੀ ਕਿਰਿਆ ਹੈ। ਦੂਸਰਾ ਹੈ ਦੁਰਗੰਧਤਾ। ਦੁਰਗੰਧਤਾ ਦਾ ਮਤਲਬ ਇਹ ਹੈ, ਕਈ ਵਾਰ ਅਸੀਂ ਕੋਈ ਚੀਜ਼ ਬਣਾਉਂਦੇ ਹਾਂ ਜਾਂ ਬਾਹਰੋਂ ਲੈ ਕੇ ਆਉਂਦੇ ਹਾਂ, ਤਲੀ ਹੋਈ ਚੀਜ਼ ਹੈ ਕੋਈ ਇਸ ਤਰੀਕੇ ਦੀ, ਤਾਂ 1 ਜਾਂ 2 ਦਿਨ ਬਾਅਦ ਉਸ ਦੇ ਵਿੱਚੋਂ ਦੁਰਗੰਧ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਦਾ ਕਾਰਨ ਵੀ ਆਕਸੀਡੇਸ਼ਨ ਹੈ। ਇਹ ਵੀ ਕਿਸ ਕਾਰਨ ਹੁੰਦਾ ਹੈ? ਆਕਸੀਕਰਨ ਕਾਰਨ ਹੀ ਹੁੰਦਾ ਹੈ। ਇਸੇ ਲਈ ਜਿਹੜੇ ਪੈਕਡ ਮਟੀਰੀਅਲ ਆਉਂਦੇ ਹਨ, ਪੈਕ ਕੀਤੇ ਹੋਏ, ਜਿਵੇਂ ਚਿਪਸ ਹੋ ਗਏ, ਉਹਨਾਂ ਦੇ ਵਿੱਚ ਐਂਟੀਆਕਸੀਡੈਂਟਸ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਜਿਹੜੇ ਚਿਪਸ ਹੈਗੇ ਨੇ ਉਹਨਾਂ 'ਚ ਜਿਹੜੇ ਪੈਕਟ ਹੁੰਦੇ ਉਹਨਾਂ 'ਚ ਨਾਈਟ੍ਰੋਜਨ ਗੈਸ ਭਰੀ ਹੁੰਦੀ ਹੈ। ਇਹ ਧਿਆਨ ਰੱਖਣ ਯੋਗ ਗੱਲ ਹੈ, ਪੇਪਰ ਵਿੱਚ ਪੁੱਛੀ ਜਾ ਸਕਦੀ ਹੈ ਵੀ ਜਿਹੜੇ ਚਿਪਸ ਵਾਲੇ ਪੈਕਟ ਹੈਗੇ ਹਨ ਉਹਨਾਂ ਵਿੱਚ ਆਕਸੀਕਰਨ ਨੂੰ ਰੋਕਣ ਦੇ ਲਈ ਕਿਹੜੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ? ਤਾਂ ਉਹ ਨਾਈਟ੍ਰੋਜਨ ਗੈਸ ਹੈ, ਕਿਉਂਕਿ ਆਕਸੀਕਰਨ ਦੇ ਲਈ ਆਕਸੀਜਨ ਦੀ ਜ਼ਰੂਰਤ ਹੈ। ਅਗਰ ਆਕਸੀਜਨ ਚਿਪਸ ਵਾਲੇ ਪੈਕਟ 'ਚ ਨਹੀਂ ਹੋਏਗੀ ਤਾਂ ਉਹਦਾ ਆਕਸੀਕਰਨ ਨਹੀਂ ਹੋਏਗਾ ਅਤੇ ਦੁਰਗੰਧਤਾ ਨਹੀਂ ਆਏਗੀ। ਤਾਂ ਇਸ ਲਈ ਉਹਦੇ ਵਿੱਚ ਨਾਈਟ੍ਰੋਜਨ ਗੈਸ ਭਰੀ ਹੁੰਦੀ ਹੈ। ਹੁਣ ਆਪਾਂ ਜਿੰਨਾ ਪੜ੍ਹਿਆ ਹੈ ਇਹ ਸਾਰੇ ਬੇਸਿਕ ਪ੍ਰਿੰਸੀਪਲਸ ਹੈਗੇ ਹਨ ਜਿਹੜੀ ਕੈਮੀਕਲ ਰਿਐਕਸ਼ਨਸ ਲਈ ਤੁਹਾਨੂੰ ਆਉਣੇ ਜ਼ਰੂਰੀ ਹਨ। ਇਹਨਾਂ ਵਿੱਚੋਂ ਹੀ ਜਿਹੜੇ ਪਿਛਲੇ ਸਾਲ ਜਿਹੜੇ 2 ਪੇਪਰ ਹੋਏ ਹਨ, ਜ਼ਿਆਦਾਤਰ ਕੁਐਸਚਨ ਇਹਨਾਂ ਦੇ ਪ੍ਰਿੰਸੀਪਲ ਸਿਧਾਂਤ ਅਤੇ ਇਹਨਾਂ ਦੀ ਅਪਲਾਈਡ ਜਿਹੜੇ ਪਾਰਟ ਹੈ ਉਹਦੇ ਵਿੱਚੋਂ ਪ੍ਰਸ਼ਨ ਪੁੱਛੇ ਗਏ ਹਨ। ਤਾਂ ਉਹਨਾਂ ਵਿੱਚੋਂ ਕੁਝ ਜਿਹੜੇ ਕੁਐਸਚਨ ਹੈਗੇ ਉਹ ਲੈ ਕੇ ਆਇਆ ਨਾਲ ਮੈਂ, ਵੀ ਆਪਣਾ ਜਿਹੜਾ ਹੈ ਨਾਲ ਦੀ ਨਾਲ ਪਤਾ ਲੱਗੇ ਵੀ ਅਸੀਂ ਜਿਹੜਾ ਉੱਪਰ ਪੜ੍ਹਿਆ ਹੈ ਕਿ ਪਿਛਲੇ ਸਾਲਾਂ ਵਾਲੇ ਕੁਐਸਚਨ ਅਸੀਂ ਸੋਲਵ ਉਸ ਰਾਹੀਂ ਕਰ ਸਕਦੇ ਹਾਂ। ਤਾਂ ਪਹਿਲਾ ਜਿਹੜਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀਆਂ ਭੌਤਿਕ ਤਬਦੀਲੀਆਂ ਹਨ? ਤਾਂ ਸਭ ਤੋਂ ਪਹਿਲਾਂ ਆਪਾਂ ਤਬਦੀਲੀਆਂ ਦੀ ਗੱਲ ਕੀਤੀ ਸੀ। 2 ਪ੍ਰਕਾਰ ਦੀ ਤਬਦੀਲੀਆਂ ਜਾਂ ਪਰਿਵਰਤਨ ਅਸੀਂ ਪੜ੍ਹੇ ਸੀ, ਭੌਤਿਕ ਪਰਿਵਰਤਨ ਅਤੇ ਰਸਾਇਣਿਕ ਪਰਿਵਰਤਨ। ਤਾਂ ਭੌਤਿਕ ਪਰਿਵਰਤਨ 'ਚ ਮੈਂ ਤੁਹਾਨੂੰ ਦੱਸਿਆ ਸੀ ਵੀ ਉਸਦੀ ਅਵਸਥਾ 'ਚ ਪਰਿਵਰਤਨ ਹੁੰਦਾ ਹੈ, ਬਟ ਉਹਦੀ ਜਿਹੜੀ ਕੈਮੀਕਲ ਪ੍ਰੋਪਰਟੀਜ਼ ਹੈਗੀਆਂ ਨੇ ਜਾਂ ਉਸਦੇ ਰਸਾਇਣਿਕ ਗੁਣ ਹਨ ਉਹ ਚੇਂਜ ਨਹੀਂ ਹੁੰਦੇ, ਜਿਹੜੀਆਂ ਭੌਤਿਕ ਤਬਦੀਲੀਆਂ ਹੁੰਦੀਆਂ ਹਨ। ਤਾਂ ਲੋਹੇ ਦੀ ਧਾਤ ਦਾ ਪਿਘਲਣਾ, ਲੋਹੇ ਨੂੰ ਜੰਗ ਲੱਗਣਾ, ਲੋਹੇ ਦੀ ਰਾਡ ਨੂੰ ਮੋੜਨਾ, ਲੋਹੇ ਦੀ ਧਾਤ ਦੀ ਇੱਕ ਤਾਰ ਖਿੱਚਣੀ। ਤਾਂ ਅਸੀਂ ਅਗਰ ਇਹਨਾਂ ਚਾਰਾਂ ਨੂੰ ਧਿਆਨ ਨਾਲ ਗੌਰ ਨਾਲ ਦੇਖੀਏ ਤਾਂ ਅਗਰ ਧਾਤ ਨੂੰ ਅਸੀਂ ਪਿਘਲਾ ਦਿੱਤਾ ਹੈ ਤਾਂ ਉਸ ਨੂੰ ਦੁਬਾਰਾ ਆਪਾਂ ਉਸ ਨੂੰ ਸੋਲਿਡ ਬਣਾ ਸਕਦੇ ਹਾਂ। ਰਾਡ ਨੂੰ ਮੋੜਿਆ ਹੈ ਤਾਂ ਉਸ ਨੂੰ ਦੁਬਾਰਾ ਆਪਾਂ ਸਿੱਧਾ ਕਰ ਸਕਦੇ ਹਾਂ। ਖਿੱਚ ਕੇ ਤਾਰ ਬਣਾਈ ਹੈ, ਪਿਘਲਾ ਕੇ ਵਾਪਸ ਲੋਹੇ ਨੂੰ ਕਿਸੇ ਹੋਰ ਆਕਾਰ ਦਿੱਤਾ ਜਾ ਸਕਦਾ ਹੈ। ਅਗਰ ਲੋਹੇ ਨੂੰ ਜੰਗ ਲੱਗਿਆ ਹੈ ਤਾਂ ਜੰਗ ਲੱਗੇ ਲੋਹੇ ਨੂੰ ਇੱਕ ਵਾਰੀ ਉਸ ਦਾ ਖੋਰਨ ਹੋ ਗਿਆ ਤਾਂ ਉਸ ਤੋਂ ਬਾਅਦ ਵਾਪਸ ਉਸ ਨੂੰ ਲੋਹੇ 'ਚ ਕਨਵਰਟ ਨਹੀਂ ਕੀਤਾ ਜਾ ਸਕਦਾ। ਉਸਦੇ ਸਾਰੇ ਕੈਮੀਕਲ ਜਿਹੜੀ ਪ੍ਰੋਪਰਟੀ ਹੈ ਉਹ ਚੇਂਜ ਹੋ ਚੁੱਕੀ ਹੈ। ਤਾਂ ਇਹ ਵਾਲੀ ਕਿਰਿਆ ਜਿਹੜੀ ਹੈ ਉਹ ਰਸਾਇਣਿਕ ਹੈ। ਬਾਕੀ ਤਿੰਨੇ ਜਿਹੜੀਆਂ ਹੈਗੀਆਂ ਨੇ ਉਹ ਭੌਤਿਕ ਤਬਦੀਲੀਆਂ ਹਨ ਜਾਂ ਭੌਤਿਕ ਪਰਿਵਰਤਨ ਹੈਗੇ ਹਨ। ਤਾਂ ਇਹਦੇ ਲਈ ਜਿਹੜੀ ਆਪਣੀ ਚੁਆਇਸ 1, 3 ਅਤੇ 4 ਜਿਹੜੀ ਕਿ C ਆਪਸ਼ਨ ਸਾਡੀ ਹੈ ਉਹ ਇਸ ਦਾ ਉੱਤਰ ਹੋਵੇਗਾ। ਹੁਣ ਅਗਰ ਅਸੀਂ ਦੂਸਰੇ ਪ੍ਰਸ਼ਨ ਦੀ ਗੱਲ ਕਰੀਏ, ਹੇਠ ਲਿਖੀ ਸਮੀਕਰਨ ਨੂੰ ਮੰਨਦੇ ਹੋਏ ਧਾਤ M
ਇਸ ਵਿੱਚ ਕੋਈ ਧਾਤ ਆਪਾਂ ਨੂੰ ਨਹੀਂ ਦਿੱਤੀ, ਐਗਜ਼ਾਮਪਲ ਦਿੱਤੀ ਹੈ ਵੀ M ਨੂੰ ਮੰਨ ਲਓ ਇਹ 'ਤੇ ਇੱਕ ਰਸਾਇਣਿਕ ਪ੍ਰਤੀਕਿਰਿਆ ਹੋ ਰਹੀ ਹੈ 4M + 3O2 ਅਤੇ ਇਹ ਅਭਿਕਾਰਕ ਹੈਗੇ ਆ ਦੋਨੇ। ਉਤਪਾਦ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋ ਰਿਹਾ ਹੈ 2M2O3। ਤਾਂ ਇਹ ਜਿਹੜੀ ਹੈ ਸਾਡੇ ਕੋਲ ਇੱਕ ਰਸਾਇਣਿਕ ਸਮੀਕਰਨ ਹੈ ਜਿਹੜੀ ਕਿ ਸੰਤੁਲਿਤ ਕੀਤੀ ਗਈ ਹੈ 4-3 ਲਿਖ ਕੇ। 4-3 ਨਾਲ ਕਨਫਿਊਜ਼ ਨਹੀਂ ਹੋਣਾ। ਹੁਣ ਇਸ ਨੂੰ ਅਗਰ ਆਪਾਂ ਦੇਖੀਏ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਆਪਾਂ ਕਿਸਮਾਂ ਪੜ੍ਹੀਆਂ ਹੈਗੀਆਂ ਨੇ ਉਹਨਾਂ ਨੂੰ ਯਾਦ ਕਰੀਏ। ਸਭ ਤੋਂ ਪਹਿਲੇ ਆਪਾਂ ਸੰਯੋਜਨ ਜਿਹੜਾ ਪੜ੍ਹਿਆ ਸੀ, ਤਾਂ ਸੰਯੋਜਨ ਵਿੱਚ ਕੀ ਹੁੰਦਾ ਹੈ, ਅਭਿਕਾਰਕ 2 ਜਾਂ 2 ਤੋਂ ਵੱਧ ਮਿਲ ਕੇ ਇੱਕ ਉਤਪਾਦ ਬਣਾਉਂਦੇ ਹਨ। ਤਾਂ ਇਸ ਕਿਰਿਆ ਨੂੰ ਅਗਰ ਆਪਾਂ ਗੌਰ ਨਾਲ ਦੇਖੀਏ ਤਾਂ ਇਹਦੇ ਵਿੱਚ ਅਭਿਕਾਰਕ ਵਾਲੀ ਸਾਈਡ 'ਤੇ 2 ਅਭਿਕਾਰਕ ਹਨ, ਉਤਪਾਦ ਇੱਕ ਬਣ ਰਿਹਾ ਹੈ। ਇਟ ਮੀਨਸ ਇਹ ਸੰਯੋਜਨ ਕਿਰਿਆ ਹੈ। ਤਾਂ ਅਸੀਂ ਇਹਨਾਂ ਚਾਰਾਂ ਆਪਸ਼ਨਾਂ 'ਚੋਂ ਸਭ ਤੋਂ ਪਹਿਲਾਂ ਦੇਖੀ ਵੀ ਸੰਯੋਜਨ ਜਾਂ ਸੁਮੇਲ ਕਿਹਨਾਂ ਵਿੱਚ ਆ ਰਿਹਾ ਹੈ। ਤਾਂ ਅਗਰ ਅਸੀਂ ਆਪਸ਼ਨ ਪਹਿਲੀ ਦੇਖਦੇ ਹਾਂ ਅਤੇ ਇੱਕ ਆਪਸ਼ਨ ਚੌਥੀ ਦੇਖਦੇ ਹਾਂ, ਇਹਨਾਂ ਦੋਵਾਂ ਵਿੱਚ ਸੁਮੇਲ ਪ੍ਰਕਿਰਿਆਵਾਂ ਦੀ ਗੱਲ ਕੀਤੀ ਗਈ ਹੈ। ਬਾਕੀ ਜਿਹੜੀਆਂ ਹੈਗੀਆਂ ਨੇ ਦੂਸਰੀ ਅਤੇ ਤੀਸਰੀ ਵਿੱਚ ਸੁਮੇਲ ਦੀ ਗੱਲ ਨਹੀਂ ਹੈਗੀ, ਤਾਂ ਇਹ 2 ਆਪਸ਼ਨਸ ਨਹੀਂ ਹੋ ਸਕਦੀਆਂ। ਉਸ ਤੋਂ ਬਾਅਦ ਦੇਖੋ ਆਪਾਂ ਆਕਸੀਕਰਨ ਅਤੇ ਰਿਡਕਸ਼ਨ, ਆਕਸੀਕਰਨ ਅਤੇ ਲਘੂਕਰਨ ਬਾਰੇ ਪੜ੍ਹਿਆ ਹੈ। ਤੁਹਾਨੂੰ ਦੱਸਿਆ ਸੀ ਵੀ ਜਦੋਂ ਅਭਿਕਾਰਕ ਕੋਈ ਆਕਸੀਜਨ ਦੀ ਪ੍ਰਾਪਤੀ ਕਰਦਾ ਹੈ ਤਾਂ ਇਹਦੇ ਵਿੱਚ ਧਾਤ ਜਿਹੜੀ M ਹੈ ਉਹਦੇ ਨਾਲ ਆਕਸੀਜਨ ਮਿਲ ਰਹੀ ਹੈ। ਇਸ ਦਾ ਮਤਲਬ ਇਹ ਹੋਇਆ ਵੀ ਜਿਹੜੀ ਧਾਤ ਅਭਿਕਾਰਕ ਪਹਿਲਾ ਹੈ ਆਕਸੀਜਨ ਦੀ ਪ੍ਰਾਪਤੀ ਕਰ ਰਿਹਾ ਹੈ, ਤਾਂ ਇਹ ਨਾਲ ਦੀ ਨਾਲ ਕਿਹੜੀ ਪ੍ਰਕਿਰਿਆ ਹੋਈ, ਆਕਸੀਕਰਨ। ਤਾਂ ਜਿਹੜੀ ਆਪਣੇ ਕੋਲ ਚੌਥੀ ਆਪਸ਼ਨ ਹੈ, ਸੁਮੇਲ ਪ੍ਰਕਿਰਿਆ ਦੇ ਨਾਲ ਆਕਸੀਕਰਨ ਪ੍ਰਕਿਰਿਆ, ਤਾਂ ਇਹ ਜਿਹੜਾ ਸਾਡਾ ਹੈ ਇਹ ਇਸ ਪ੍ਰਸ਼ਨ ਦਾ ਉੱਤਰ ਹੋਏਗਾ। ਇਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਵੀ ਜੇਕਰ ਸਾਨੂੰ ਕੈਮੀਕਲ ਰਿਐਕਸ਼ਨਸ ਦਾ ਬੇਸਿਕ ਕਨਸੈਪਟ ਪਤਾ ਹੈ ਤਾਂ ਜਿਹੜੇ ਸਵਾਲ ਪੇਪਰਾਂ ਵਿੱਚ ਆ ਰਹੇ ਹੈਗੇ ਹਨ ਉਹਨਾਂ ਦਾ ਉੱਤਰ ਅਸੀਂ ਆਸਾਨੀ ਨਾਲ ਦੇ ਸਕਦੇ ਹਾਂ। ਉਸ ਤੋਂ ਬਾਅਦ ਬਾਕੀ ਹੋਰ ਜਿਹੜੇ 2 ਪ੍ਰਸ਼ਨ ਇਹਨਾਂ ਪਿਛਲੇ ਪੇਪਰਾਂ 'ਚ ਆਏ ਹਨ ਉਹਨਾਂ ਨੂੰ ਅਸੀਂ ਅਗਰ ਦੇਖੀਏ, ਹੇਠ ਲਿਖਿਆਂ ਵਿੱਚੋਂ ਇੱਕ ਰਸਾਇਣਿਕ ਪ੍ਰਕਿਰਿਆ ਦੌਰਾਨ ਨਹੀਂ ਹੁੰਦਾ। ਇਹ ਅਸੀਂ ਦੱਸਣਾ ਹੈ ਵੀ ਰਸਾਇਣਿਕ ਜਿਹੜੀ ਪ੍ਰਕਿਰਿਆ ਹੋ ਰਹੀ ਹੈ ਉਸ ਦੌਰਾਨ ਇਹਨਾਂ ਵਿੱਚੋਂ ਕੀ ਚੀਜ਼ ਨਹੀਂ ਹੁੰਦੀ। ਸਭ ਤੋਂ ਪਹਿਲਾਂ ਹੈ ਪੁਰਾਣੇ ਰਸਾਇਣਿਕ ਸੰਬੰਧਾਂ ਦਾ ਟੁੱਟਣਾ ਅਤੇ ਨਵੇਂ ਰਸਾਇਣਿਕ ਸੰਬੰਧਾਂ ਦਾ ਬਣਨਾ। ਦੂਸਰਾ ਹੈ ਬਿਲਕੁਲ ਵੱਖਰੀ ਵਿਸ਼ੇਸ਼ਤਾ ਵਾਲਾ ਨਵਾਂ ਪਦਾਰਥ ਦਾ ਗਠਨ। ਤੀਸਰਾ, ਇੱਕ ਤੱਤ ਦੇ ਐਟਮਸ ਨਵੇਂ ਉਤਪਾਦ ਬਣਾਉਣ ਲਈ ਉਸ ਤੱਤ ਵਿੱਚ ਬਦਲ ਜਾਂਦੇ ਹਨ। ਅਤੇ ਡੀ ਆਪਸ਼ਨ ਹੈ ਨਵੇਂ ਉਤਪਾਦ ਬਣਨ ਲਈ ਐਟਮਸ ਦੀ ਮੁੜ ਨਿਰਧਾਰਤਾ ਹੁੰਦੀ ਹੈ। ਤਾਂ ਹੁਣ ਇਸ ਨੂੰ ਅਗਰ ਗੌਰ ਨਾਲ ਦੇਖੀਏ, ਅਗਰ ਆਪਾਂ ਉਹਦਾ ਬੇਸਿਕ ਕਨਸੈਪਟ ਪਿੱਛੇ ਜਿਹੜਾ ਪੜ੍ਹਿਆ ਹੈ ਆਪਾਂ ਉਸ ਨੂੰ ਇਸ 'ਤੇ ਅਪਲਾਈ ਕਰੀਏ, ਤਾਂ ਜਦੋਂ ਰਸਾਇਣਿਕ ਸਮੀਕਰਨਾਂ ਵਾਲਾ ਆਪਾਂ ਪੜ੍ਹ ਰਹੇ ਸੀ ਉਸ ਵਿੱਚ ਤੁਹਾਨੂੰ ਮੈਂ ਰਸਾਇਣਾਂ ਸਮੀਕਰਨ ਨੂੰ ਸੰਤੁਲਿਤ ਕਰਨਾ ਵੀ ਕਰਾਇਆ, ਸਮੀਕਰਨਾਂ ਵੀ ਆਪਾਂ ਦੇਖੀਆਂ। ਉਹਦੇ ਵਿੱਚ ਕੋਈ ਵੀ ਤੱਤ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ, ਕਦੇ ਤੱਤ ਸੇਮ ਰਹਿੰਦੇ ਹੈ ਦੋਵਾਂ ਸਾਈਡਾਂ 'ਤੇ, ਬਸ ਉਹਦਾ ਆਪਸ ਵਿੱਚ ਕੰਪੋਜੀਸ਼ਨ ਚੇਂਜ ਹੁੰਦਾ ਹੈ। ਜਿਹੜੇ ਉਤਪਾਦਾਂ ਅਤੇ ਅਭਿਕਾਰਕਾਂ ਦਾ ਕੈਮੀਕਲ ਜਿਹੜਾ ਕੰਪੋਜੀਸ਼ਨ ਹੈ ਜਾਂ ਜਿਸ ਤੱਤ ਦੇ ਜਿਹੜੇ ਪਰਮਾਣੂ ਹੋ ਗਏ ਹਨ ਉਹ ਚੇਂਜ ਨਹੀਂ ਹੁੰਦੇ ਬਲਕਿ ਉਹ ਸੇਮ ਹੀ ਰਹਿੰਦੇ ਹਨ। ਇਸ ਲਈ ਜਦੋਂ ਅਸੀਂ ਪਹਿਲੀ ਗੱਲ ਪੜ੍ਹਦੇ ਹਾਂ ਇਹਦੇ ਵਿੱਚ ਜਿਵੇਂ ਪੁਰਾਣੇ ਰਸਾਇਣਿਕ ਸੰਬੰਧਾਂ ਦਾ ਟੁੱਟਣਾ, ਹਾਂ ਅਸੀਂ ਦੇਖਿਆ ਹੈ ਵਿਸਥਾਪਨ ਕਿਰਿਆਵਾਂ ਹੋਈਆਂ ਕੋਈ ਵੀ ਹੋਈਆਂ ਆਪਸ 'ਚ ਜੁੜ ਰਹੇ ਹੈਗੇ, ਤਾਂ ਇਹ ਵਾਲੀ ਆਪਸ਼ਨ ਸਹੀ ਹੈਗੀ ਹੈ। ਬਿਲਕੁਲ ਵੱਖਰੀ ਵਿਸ਼ੇਸ਼ਤਾ ਵਾਲੇ ਨਵੇਂ ਪਦਾਰਥ ਦਾ ਬਣਾ, ਹਾਂ ਵਿਸ਼ੇਸ਼ਤਾ ਚੇਂਜ ਹੋ ਜਾਂਦੀ ਉਸਦੀ। ਰਸਾਇਣਿਕ ਜਿਹੜੀਆਂ ਸਮੀਕਰਨ ਸੀਗੇ ਜਾਂ ਰਸਾਇਣਿਕ ਪ੍ਰਤੀਕਿਰਿਆਵਾਂ ਦਾ ਇਹ ਹੁੰਦਾ ਹੀ ਹੈ ਵੀ ਰਸਾਇਣਿਕ ਚੇਂਜਸ ਹੁੰਦੇ ਹੈ। ਰਸਾਇਣਿਕ ਚੇਂਜ ਹੋਣ ਦਾ ਮਤਲਬ ਹੀ ਇਹ ਹੈ ਵੀ ਵਿਸ਼ੇਸ਼ਤਾ ਉਸਦੀ ਚੇਂਜ ਹੋ ਜਾਂਦੀ ਹੈ। ਤੀਸਰਾ, ਜਦੋਂ ਗੱਲ ਕਰਦੇ ਹਾਂ ਵੀ ਇੱਕ ਤੱਤ ਦੇ ਐਟਮ ਨਵੇਂ ਉਤਪਾਦ ਬਣਾਉਣ ਲਈ ਦੂਸਰੇ ਤੱਤ ਵਿੱਚ ਬਦਲ ਜਾਂਦੇ ਹਨ, ਤਾਂ ਇਹ ਬਿਲਕੁਲ ਗਲਤ ਹੈ। ਚੇਂਜ ਕਦੇ ਨਹੀਂ ਹੁੰਦੇ, ਜਿਹੜੇ ਤੱਤ ਹੈ ਉਹ ਸੇਮ ਰਹਿੰਦੇ ਹੈ, ਉਹਨਾਂ ਦਾ ਜਿਹੜਾ ਕੰਪੋਜੀਸ਼ਨ ਹੈ ਉਹ ਚੇਂਜ ਹੁੰਦਾ ਹੈ, ਨਾ ਕਿ ਤੱਤ ਚੇਂਜ ਹੁੰਦੇ ਹਨ। ਅਤੇ ਡੀ ਆਪਸ਼ਨ ਹੈ ਨਵੇਂ ਉਤਪਾਦ ਬਣਨ ਲਈ ਐਟਮਸ ਦੀ ਮੁੜ ਨਿਰਧਾਰਤਾ ਹੁੰਦੀ ਹੈ, ਤਾਂ ਇਹ ਆਪਾਂ ਅੱਗੇ ਦੇਖ ਚੁੱਕੇ ਹਾਂ ਆਪਸ 'ਚ ਤਬਦੀਲੀਆਂ ਹੁੰਦੀਆਂ ਉਹਨਾਂ ਦੀਆਂ। ਬਟ ਜਿਹੜਾ ਸੀ ਆਪਸ਼ਨ ਹੈ ਇਸ ਦਾ ਉੱਤਰ ਹੈ, ਤਾਂ ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ, ਉੱਤੇ ਨਹੀਂ ਹੈ। ਇਹ ਧਿਆਨ 'ਚ ਰੱਖਣਾ ਹੈ ਜਦੋਂ ਪ੍ਰਸ਼ਨ ਤੁਸੀਂ ਪੜ੍ਹੋ ਪੇਪਰ 'ਚ, ਤਾਂ ਕਿਹਦੇ ਵਿੱਚ ਨਹੀਂ ਲਿਖਿਆ ਕਿਹਦੇ ਵਿੱਚ ਹਾਂ ਲਿਖਿਆ। ਕਈ ਵਾਰ ਅਗਰ ਤੁਸੀਂ ਨਹੀਂ ਸ਼ਬਦ ਨਹੀਂ ਪੜ੍ਹਦੇ ਹੋ ਤੁਹਾਨੂੰ ਸਾਰੇ ਆਪਸ਼ਨਸ ਜਿਹੜੀਆਂ ਉਹ ਸਹੀ ਲੱਗਣਗੀਆਂ, ਤਾਂ ਤੁਸੀਂ ਕੋਈ ਏ ਲਗਾਏਗਾ, ਕੋਈ ਬੀ ਲਗਾਏਗਾ, ਕੋਈ ਡੀ ਲਗਾਏਗਾ, ਬਟ ਧਿਆਨ ਇਹ ਰੱਖਣਾ ਹੈ ਇਹਦੇ ਵਿੱਚ ਨਹੀਂ ਸ਼ਬਦ ਆ ਰਿਹਾ ਪ੍ਰਸ਼ਨ 'ਚ, ਇਸ ਕਰਕੇ ਇਸ ਨੂੰ ਧਿਆਨ ਨਾਲ ਤੁਸੀਂ ਪੜ੍ਹਨਾ ਹੈ। ਉਸ ਤੋਂ ਬਾਅਦ ਅਗਰ ਗੱਲ ਕਰੀਏ ਹੇਠ ਲਿਖਿਆਂ ਵਿੱਚੋਂ ਕਿਹੜਾ ਰਸਾਇਣਿਕ ਪ੍ਰਤੀਕਿਰਿਆ ਵਿੱਚ ਸ਼ਾਮਿਲ ਨਹੀਂ ਹੁੰਦਾ, ਤਾਂ ਇਹ ਕੁਝ ਜਿਹੜੀਆਂ ਕਿਰਿਆਵਾਂ ਨਹੀਂ, ਹੁਣ ਇਹ ਸ਼ਬਦ ਜਿਹੜਾ ਕੀਵਰਡ ਹੈ ਨਹੀਂ,
ਬਹੁਤ ਸਾਰੇ ਪੇਪਰ ਵਿੱਚ ਅਜਿਹੇ ਕੁਐਸਚਨ ਆਉਂਦੇ ਹਨ ਜਿਹੜੇ ਸਿਰਫ ਇਹ ਸ਼ਬਦ ਨੂੰ ਨਾ ਦੇਖਣ ਦੇ ਕਾਰਨ ਸਾਡੇ ਗਲਤ ਹੋ ਜਾਂਦੇ ਹਨ। ਅਗਰ ਉਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਕੁਐਸਚਨਾਂ ਨੂੰ ਪੜ੍ਹਿਆ ਹੋਵੇ ਤਾਂ ਉਸ ਦੀ ਗਲਤੀ ਦੀ ਗੁੰਜਾਇਸ਼ ਜਿਹੜੀ ਆ ਉਹ ਪੇਪਰ 'ਚ ਘੱਟ ਜਾਂਦੀ ਹੈ। ਸਭ ਤੋਂ ਪਹਿਲਾਂ ਸਾਡੇ ਸਰੀਰ ਦੀ ਪਾਚਨ ਕਿਰਿਆ। ਰਸਾਇਣਿਕ ਕਿਰਿਆ ਦੇ ਵਿੱਚ ਆਪਾਂ ਜਦੋਂ ਪੜ੍ਹਿਆ ਸੀ ਉਹਦੇ ਵਿੱਚ ਐਗਜ਼ਾਮਪਲਸ ਆਪਾਂ ਪੜ੍ਹੀਆਂ ਸੀਗੀਆਂ। ਉਸ 'ਚ ਆਪਾਂ ਪੜ੍ਹਿਆ ਸੀ ਪਾਚਨ ਕਿਰਿਆ ਇੱਕ ਰਸਾਇਣਿਕ ਕਿਰਿਆ ਹੈ। ਸਾਹ ਪ੍ਰਣਾਲੀ ਦੀ ਪ੍ਰਕਿਰਿਆ ਉਹ ਵੀ ਕੀ ਹੈ, ਇੱਕ ਰਸਾਇਣਿਕ ਪ੍ਰਕਿਰਿਆ ਹੈ। ਗਰਮ ਹੋਣ 'ਤੇ ਮੋਮਬੱਤੀ ਮੋਮ ਦਾ ਬਲਣਾ ਇਹ ਰਸਾਇਣਿਕ ਹੈ, ਅਤੇ ਪਿੰਗਲਣਾ ਜਿਹੜਾ ਹੈ ਇੱਕ ਰਸਾਇਣਿਕ ਨਾ ਹੋ ਕੇ ਭੌਤਿਕ ਪਰਿਵਰਤਨ ਹੈ। ਇਹਨਾਂ ਦੋਵਾਂ ਨੂੰ ਕਨਫਿਊਜ਼ ਕਰਨ ਵਾਲਾ ਜਿਹੜੀ ਹੈ ਲਾਈਨ ਹੈ ਮੋਮਬੱਤੀ ਦਾ ਬਲਣਾ। ਤੁਸੀਂ ਕਦੇ ਮੋਮਬੱਤੀ ਜਗਾਈ ਹੋਵੇ, ਅਗਰ ਉਸ ਨੂੰ ਆਪਾਂ ਜਲਾ ਕੇ ਛੱਡ ਦਿੰਦੇ ਹਾਂ ਤਾਂ ਅਗਰ ਆਪਾਂ ਨੂੰ ਚਾਨਣ ਦੀ ਪ੍ਰਾਪਤੀ ਹੋ ਰਹੀ ਹੈ, ਕੁਝ ਭਾਗ ਉਸ ਦਾ ਖਤਮ ਹੋ ਜਾਂਦਾ ਹੈ, ਕੁਝ ਪਿੰਗਲ ਕੇ ਥੱਲੇ ਆ ਜਾਂਦਾ ਹੈ। ਇਹ ਨਹੀਂ ਹੁੰਦਾ ਵੀ ਸਾਰੀ ਮੋਮਬੱਤੀ ਪਿੰਗਲ ਕੇ ਥੱਲੇ ਆ ਜਾਂਦੀ ਹੈ। ਜਿਹੜਾ ਭਾਗ ਖਤਮ ਹੋ ਚੁੱਕਿਆ ਹੈ ਉਹ ਮੋਮਬੱਤੀ ਦਾ ਬਲਣਾ ਹੈ, ਅਤੇ ਜਿਹੜਾ ਪਿੰਗਲ ਕੇ ਆ ਰਿਹਾ ਹੈ ਉਹ ਜਿਹੜੀ ਹੈ ਉਹ ਭੌਤਿਕ ਪਰਿਵਰਤਨ ਹੈ। ਜਿਹੜਾ ਬਲਣਾ ਹੈ ਉਹ ਇੱਕ ਰਸਾਇਣਿਕ ਪਰਿਵਰਤਨ ਹੈ। ਧਿਆਨ ਰੱਖਣਾ ਹੈ ਜੀ, ਮੋਮਬੱਤੀ ਦਾ ਜਿਹੜਾ ਬਲਣਾ ਹੈ ਉਹ ਰਸਾਇਣਿਕ ਪਰਿਵਰਤਨ ਹੈ, ਮੋਮਬੱਤੀ ਦਾ ਪਿੰਗਲਣਾ ਜੋ ਹੈ ਉਹ ਭੌਤਿਕ ਪਰਿਵਰਤਨ ਹੈ। ਤਾਂ ਇਸ ਤਰੀਕੇ ਨਾਲ ਅਸੀਂ ਆਪਾਂ ਦੇਖੀਏ ਵੀ ਅਗਰ ਉਹਦੇ ਬੇਸਿਕ ਕਨਸੈਪਟ ਆਪਾਂ ਲੈਸਨ ਦੇ ਦੇਖ ਲੈਂਦੇ ਹਾਂ ਚੰਗੀ ਤਰ੍ਹਾਂ ਤਾਂ ਸਾਡੇ ਅੱਧੇ ਨਾਲੋਂ ਜ਼ਿਆਦਾ ਕੁਐਸਚਨ ਤਾਂ ਵੈਸੇ ਹੀ ਸੋਲਵ ਹੋ ਜਾਂਦੇ ਹਨ। ਜੇ ਸਾਨੂੰ ਬੇਸਿਕ ਪ੍ਰਿੰਸੀਪਲ ਉਹਦਾ ਅਪਲਾਈਡ ਪੋਰਸ਼ਨ ਸਾਨੂੰ ਪਤਾ ਹੈ ਤਾਂ ਉਸ ਨੂੰ ਅਸੀਂ ਆਰਾਮ ਨਾਲ ਸਮਝ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜੀਆਂ ਕੈਮੀਕਲ ਰਿਐਕਸ਼ਨਸ ਜਿਹੜਾ ਚੈਪਟਰ ਤੁਹਾਡਾ 10ਵੀਂ ਤੱਕ ਦਾ ਦਿੱਤਾ ਗਿਆ ਹੈ, ਅਗਰ ਉਹਦੇ ਵਿੱਚ ਅਗਰ ਆਪਾਂ ਦੇਖੀਏ ਕੈਮੀਕਲ ਰਿਐਕਸ਼ਨਸ ਦਿੱਤੀਆਂ ਹੈਗੀਆਂ ਨੇ, ਬਟ ਪਹਿਲਾਂ ਵਾਲੇ ਪੇਪਰਾਂ ਵਿੱਚ ਉਹਨਾਂ ਬਾਰੇ ਕੁਛ ਨਹੀਂ ਪੁੱਛਿਆ ਗਿਆ। ਬਟ ਫਿਰ ਵੀ ਮੈਂ ਜਿਹੜੀ PDF ਪ੍ਰੋਵਾਈਡ ਕਰਵਾਵਾਂਗਾ ਉਹਦੇ 'ਚ ਉਹ ਕੈਮੀਕਲ ਰਿਐਕਸ਼ਨਸ ਅਤੇ ਉਹਨਾਂ ਦੀ ਐਕਸਪਲੇਨੇਸ਼ਨ ਮੈਂ ਕੋਸ਼ਿਸ਼ ਕਰਾਂਗੀ ਉਹਦੇ ਵਿੱਚ ਦੇਣ ਦੀ ਮੈਂ ਕੋਸ਼ਿਸ਼ ਕਰਾਂ ਵੀ ਉਹ ਤੁਹਾਡੇ ਕੋਲ ਪਹੁੰਚ ਜਾਣ। ਤਾਂ ਇਸ ਤਰੀਕੇ ਨਾਲ ਜਿਹੜਾ ਇਹ ਸਾਡਾ ਪਹਿਲਾ ਜਿਹੜਾ ਹੈ ਅੱਜ ਵੀਡੀਓ ਮੇਰੇ ਵੱਲੋਂ ਰਿਕਾਰਡ ਕੀਤਾ ਗਿਆ ਹੈ। ਤਾਂ ਹੋ ਸਕਦਾ ਹੈ ਕਿੱਥੇ ਗਲਤੀਆਂ ਰਹੀਆਂ ਹੋਣਗੀਆਂ, ਕਿੱਥੇ ਬੋਲਣ ਲੱਗਿਆ ਕੁਛ ਹੋਏਗਾ, ਜਾਂ ਮੇਰਾ ਐਕਸਪਲੇਨ ਕਰਦੇ ਬਾਰੇ ਵੀ ਕੋਈ ਪੁਆਇੰਟ ਇੱਧਰ ਉੱਧਰ ਹੋ ਗਿਆ ਹੋਵੇ। ਤਾਂ ਮੈਂ ਇਹ ਅੱਗੇ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਵੀ ਅੱਗੇ ਤੋਂ ਜਿਹੜੀਆਂ ਵੀਡੀਓਜ਼ ਆਉਣਗੀਆਂ ਉਹ ਇਸ ਤੋਂ ਬਿਹਤਰ ਹੁੰਦੀਆਂ ਜਾਣਗੀਆਂ। ਇਹ ਮੇਰੀ ਫਸਟ ਵੀਡੀਓ ਹੈ ਜਿਹੜੀ ਮੈਂ YouTube 'ਤੇ ਬਣਾ ਰਿਹਾ ਹੈਗਾ, ਤਾਂ ਕਿ ਜਿਹੜੇ ਵਿਦਿਆਰਥੀ ਹੈਗੇ ਹੈ ਉਹਨਾਂ ਦਾ ਫਾਇਦਾ ਵੱਧ ਤੋਂ ਵੱਧ ਹੋ ਸਕੇ। ਵੀ ਇਸ ਤਰੀਕੇ ਦਾ ਜਿਹੜਾ ਟੌਪਿਕ ਸਾਇੰਸ ਹੈ ਅਤੇ ਮੈਥ ਹੈ, ਜਿਹੜੇ ਕਿ ਬੱਚੇ ਜਿਸ 'ਚ ਵੀਕ ਹੁੰਦੇ ਹਨ, ਤਾਂ ਮੇਰੀ ਇਹੀ ਕੋਸ਼ਿਸ਼ ਰਹੇਗੀ ਜਿਹੜੇ ਬੇਸਿਕ ਪ੍ਰਿੰਸੀਪਲਸ ਹੈਗੇ ਇਹਨਾਂ ਦੇ ਕੁਝ ਕੁਐਸਚਨ ਅਜਿਹੇ ਹੁੰਦੇ ਆ ਜਿਹੜੇ ਬਿਲਕੁਲ ਹੀ ਪ੍ਰਿੰਸੀਪਲਸ 'ਤੇ ਪੁੱਛੇ ਜਾਂਦੇ ਹਨ, ਉਹ ਤੁਹਾਡੇ ਤੋਂ ਉਹਨਾਂ ਦੇ ਵਿੱਚ ਚੂਕ ਨਾ ਹੋਵੇ। ਬਾਕੀ ਅਗਰ ਮੇਰੀ ਵੀਡੀਓਜ਼ ਨੂੰ ਤੁਸੀਂ ਫੋਲੋ ਕਰੋਗੇ, ਮੈਂ ਵਿਸ਼ਵਾਸ ਇਹ ਦਿਵਾਉਂਦਾ ਤੁਹਾਨੂੰ ਵੀ ਲਗਭਗ ਜਿਹੜਾ ਸਿਲੇਬਸ ਹੈ ਮੇਰੇ ਵੱਲੋਂ ਸਾਇੰਸ ਅਤੇ ਮੈਥ ਦਾ ਕਵਰ ਕੀਤਾ ਜਾਏਗਾ, ਅਤੇ ਤੁਸੀਂ ਆਪਸ ਦੇ ਮਾਰਕਸ ਜਿਹੜੇ ਆ ਉਹ ਐਡ ਹੀ ਕਰੋਗੇ, ਉਹਦੇ ਵਿੱਚੋਂ ਕੁਛ ਗਵਾਓਗੇ ਨਹੀਂ। ਥੈਂਕ ਯੂ, ਧੰਨਵਾਦ।